ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਇੱਕ ਹੋਰ ਲੋਕੇਸ਼ਨ ਤੇ ਅੱਜ ਸਾਡੀ ਟੀਮ ਪਹੁੰਚੀ ਹੈ। ਇੱਕ ਹੋਰ ਬਹੁਤ ਹੀ ਇੰਪੋਰਟੈਂਟ ਮੁੱਦਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲੇ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ, ਇਹ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਗੁਰਦੁਆਰਾ ਸਿੱਖ ਸੰਗਤ ਯੂਲਿਸ ਟੈਕਸਸ ਤੋਂ। ਐਂਡ ਮੇਰੇ ਨਾਲ ਅੱਜ ਲਾਈਵ ਆਡੀਅנס ਸੰਗਤ ਪਹੁੰਚੀ ਹੋਈ। ਸਭ ਤੋਂ ਪਹਿਲੇ ਮੈਂ ਸੰਗਤ ਨੂੰ ਬੇਨਤੀ ਕਰਾਂਗੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਦੇ ਇਸ ਨੇਸ਼ਨ ਵਾਈਡ ਮੰਥ ਲੌਂਗ ਟੂਰ ਨੂੰ ਅਸੀਂ ਲਗਾਤਾਰ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਐਂਡ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਟੈਕਸਸ ਦੀ ਸੰਗਤਾਂ ਨੂੰ, ਖਾਸ ਕਰਕੇ ਡੈਲਸ ਦੇ ਆਲੇ ਦੁਆਲੇ ਏਰੀਆਜ਼ ਤੋਂ ਜੋ ਲੋਕੀ ਅੱਜ ਪਹੁੰਚੇ ਹੈ ਐਕਸਟ੍ਰੀਮ ਵੈਦਰ ਦੇ ਵਿੱਚ, ਉਹਨਾਂ ਦੇ ਨਾਲ ਬਹਿ ਕੇ ਅਸੀਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲੇ ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਦੇ ਇਸ ਵੇਲੇ ਲੀਡਰਸ਼ਿਪ, ਮੈਂ ਕਹਾਂਗੀ ਮੁੱਖ ਸੇਵਾਦਾਰ ਇੱਕ ਵਾਰੀ ਫਿਰ ਸਾਡੇ ਨਾਲ ਜੁੜ ਰਹੇ ਹੈ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੈਲਸ ਸੰਗਤਾਂ ਵੱਲੋਂ ਮੈਂ ਕਹਾਂਗੀ ਪ੍ਰੋਮੀਨੈਂਟ ਸੇਵਾਦਾਰ ਜੋ ਕਿ ਇਸ ਸੰਸਥਾ ਦੇ ਨਾਲ ਕਿੰਨੇ ਪੁਰਾਣੇ ਸਮੇਂ ਤੋਂ ਜੁੜੇ ਹੋਏ ਹੈ, ਵੱਡੇ ਲੈਵਲ ਤੇ ਤੁਹਾਡੀ ਸੇਵਾ ਰਹੀ ਹੈ। ਜੈਸੀ ਮਾਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਆਫ ਕੋਰਸ ਗੁਰਦੁਆਰਾ ਸਿੱਖ ਸੰਗਤ ਦੇ ਪ੍ਰਧਾਨ ਜਾਂ ਮੁੱਖ ਸੇਵਾਦਾਰ ਸਾਡੇ ਨਾਲ ਅਮਰੀਕ ਸਿੰਘ ਪੰਡਾਲ ਇਸ ਸੈਗਮੈਂਟ ਦੇ ਵਿੱਚ ਜੁੜੇ। ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਬਾਬਾ ਜੀ ਮੈਂ ਤੁਹਾਡੇ ਨਾਲ ਸ਼ੁਰੂ ਕਰਾਂਗੀ। ਇਸ ਟੂਰ ਨੂੰ ਹੁਣ 22 ਦਿਨ ਹੋ ਚੱਲੇ ਹੈ। ਵੀ ਆਰ ਔਨ ਦ ਲਾਸਟ ਲੈਗ of this extremely packed tour। ਤੁਸੀਂ ਸੰਗਤਾਂ ਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਿਲ ਰਹੇ ਹੋ, ਉਹਨਾਂ ਨੂੰ ਨਾ ਕਿ ਸਿਰਫ ਇਸ ਸੰਸਥਾ ਦੇ ਕੌਜ਼ ਬਾਰੇ ਦੱਸ ਰਹੇ ਹੋ, ਬਟ ਕੀ ਆਪਣਾ ਐਤਕੀ ਮਿਸ਼ਨ ਅਸੀਂ ਲੈ ਕੇ ਉਹਨਾਂ ਤੱਕ ਪਹੁੰਚ ਰਹੇ ਹਾਂ ਇਹਦੇ ਬਾਰੇ ਦੱਸ ਰਹੇ ਹੋ। ਕਈਆਂ ਨੂੰ ਤੁਸੀਂ ਪਹਿਲੀ ਵਾਰੀ ਮਿਲ ਰਹੇ ਹੋ ਐਂਡ ਜਿਨ੍ਹਾਂ ਨੂੰ ਨਹੀਂ ਪਤਾ, ਮੈਂ ਇਹ ਲਿਬਰਟੀ ਇੱਥੇ ਲੈਣਾ ਚਾਹੁੰਦੀ ਹਾਂ। ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ, ਭਾਵੇਂ ਤੁਹਾਡੀ ਇੱਕ ਮੈਡੀਕਲ ਬੈਕਗਰਾਊਂਡ ਹੈਗੀ, ਤੁਸੀਂ 35 ਸਾਲਾਂ ਤੋਂ ਆਪਦੇ ਉਸ ਕਰੀਅਰ ਨੂੰ ਛੱਡ ਕੇ, ਜੋ ਕਿ ਇੱਕ ਥਰਾਈਵਿੰਗ ਕਰੀਅਰ ਸੀਗਾ, ਪਰਿਵਾਰ ਸਮੇਤ ਸੰਸਥਾ ਦੇ ਨਾਲ ਜੁੜੇ ਹੋਏ। ਤੁਹਾਡੀ ਆਪ ਦੀ ਵਾਈਫ ਜੋ ਕਿ ਖੁਦ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਹਨ, ਡਾਕਟਰ ਨੀਲਮ ਕੌਰ ਜੀ, ਉਹ ਵੀ ਤੁਹਾਡੇ ਨਾਲ ਇਸ ਸੰਸਥਾ ਦੇ ਨਾਲ ਜੁੜੇ ਹੋਏ ਹੈ। ਕਿੰਨੇ ਦਹਾਕਿਆਂ ਤੋਂ ਤੁਹਾਡੀ ਸੇਵਾ ਚੱਲ ਰਹੀ ਹੈ। ਬਾਬਾ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ, ਬਿਫੋਰ ਵੀ ਗੈਟ ਟੂ ਆਰ ਮਿਸ਼ਨ, ਥੋੜ੍ਹਾ ਜਿਹਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਕੀ ਉਸ ਮੂਮੈਂਟ ਦੇ ਵਿੱਚ ਵਾਪਰਿਆ ਸੀ ਕਿ ਜਦੋਂ ਤੁਸੀਂ ਬੜੂ ਸਾਹਿਬ ਹਿਮਾਚਲ ਪਹੁੰਚੇ, ਇਸ ਸੰਸਥਾ ਦੇ ਨਾਲ ਤੁਸੀਂ ਜੁੜੇ ਐਂਡ ਉਹ ਤੋਂ ਤੁਹਾਡੀ ਜਰਨੀ, ਆਈ ਮੀਨ ਲਾਈਕ ਦੇ ਸੇ ਦ ਰੈਸਟ ਇਜ਼ ਹਿਸਟਰੀ, ਤੁਹਾਡੀ ਜਰਨੀ ਸੰਸਥਾ ਦੇ ਨਾਲ ਹੀ ਮਤਲਬ ਕਦਮ ਤੋਂ ਕਦਮ ਰਹੀ ਹੈ। ਥੋੜ੍ਹੀ ਜਿਹੀ ਉਸ ਸ਼ੁਰੂਆਤ ਬਾਰੇ ਬਾਬਾ ਜੀ ਸਾਨੂੰ ਬਿਗਿਨਿੰਗ ਵਿੱਚ ਦੱਸੋ। ਅਸ਼ਮਿਤਾ ਜੀ, ਇੰਪੋਰਟੈਂਟ ਇਹ ਹੈਗਾ ਕਿ ਜੋ ਇਹ ਮਿਸ਼ਨ ਹੈਗਾ ਕਿ ਅਸੀਂ ਪੰਜਾਬ ਦੇ ਬੱਚਿਆਂ ਨੂੰ ਸੰਭਾਲਣਾ ਹੈ, ਦੈਟ ਇਜ਼ ਵੈਰੀ ਕੈਪਟੀਵੇਟਿੰਗ। ਇਟ ਇਜ਼ ਦ ਨੀਡ ਆਫ ਦ ਆਰ। ਸਾਡੀ ਕਮਿਊਨਿਟੀ ਕ੍ਰਾਸ ਰੋਡਸ 'ਤੇ ਖੜੀ ਹੈ। ਸੋ ਜੇ ਅਸੀਂ ਇਸ ਨੂੰ ਇਸ ਵੇਲੇ ਨਹੀਂ ਸੰਭਾਲਿਆ, ਦੈਨ ਵੀ ਆਰ ਔਨ ਦ ਪ੍ਰੈਸੀਪਿਸ ਆਫ ਅ ਪ੍ਰੈਸੀਪਿਟਸ ਡਿਕਲਾਈਨ ਫॉर ਦ ਕਮਿਊਨਿਟੀ। ਬਹੁਤ ਚੈਲੰਜਸ ਹਨ। ਸੋ ਇਹ ਚੈਲੰਜਸ ਜੋ ਕਿ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਐਂਟੀਸਿਪੇਟ ਕੀਤੇ ਸੀ, ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਐਕਸਪ੍ਰੈਸ ਕਰ ਦਿੱਤਾ ਸੀ ਇਨ 1954 ਇਨ ਅ ਰਿਲੀਜੀਅਸ ਕਾਨਫਰੰਸ ਇਨ ਜਾਪਾਨ, ਜਦ ਉਹਨਾਂ ਨੇ ਕਿਹਾ ਸੀਗਾ ਕਿ ਵਿਸ਼ਵ ਸਦੀਵੀ ਸ਼ਾਂਤੀ ਲਿਆਉਣ ਵਾਸਤੇ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ, ਬੱਚਿਆਂ ਵਿੱਚ ਦੇਵੀ ਗੁਣ ਦਈਏ, ਬੱਚਿਆਂ ਨੂੰ ਸਮਝਾਈਏ ਕਿ ਪੀਸ ਕਿਵੇਂ ਇਸਟੈਬਲਿਸ਼ ਹੋ ਸਕਦਾ ਹੈ। ਜੋ ਤਾਂ ਹੀ ਪੋਸੀਬਲ ਹੈ ਕਿ ਅਸੀਂ ਬੱਚਿਆਂ ਵਿੱਚ ਧਾਰਮਿਕ ਗੁਣ, ਸੇਵਾ ਦਾ ਧਾਰਮਿਕ ਗੁਣ, ਕੰਪੈਸ਼ਨ ਦਾ, ਕਰੁਣਾ ਦਾ, ਧਾਰਮਿਕ ਗੁਣ, ਦਾਨ ਦੇਣ ਦਾ, ਦਸਵੰਧ ਕੱਢਣ ਦਾ, ਇਹ ਅਸੀਂ ਬੱਚਿਆਂ 'ਚ ਪਾਵਾਂਗੇ। ਇਹ ਮੈਸੇਜ ਜਦ ਦਾਸ ਪਹਿਲੀ ਵਾਰੀ ਮਹਾਂਪੁਰਸ਼ਾਂ ਬਾਬਾ ਇਕਬਾਲ ਸਿੰਘ ਜੀ ਨੂੰ ਮਿਲਿਆ ਤਾਂ ਜਦ ਉਹਨਾਂ ਨੇ ਇਹ ਮੈਸੇਜ ਐਕਸਪ੍ਰੈਸ ਕੀਤਾ, ਦ ਆਈਡੀਆ ਵਾਜ਼ ਸੋ ਕੈਪਟੀਵੇਟਿੰਗ that there was no other way but to come under his tutelage and spend the rest of my days under his guidance. So ਇਹ ਉਹਨਾਂ ਦਾ ਹੀ ਜੋ ਸੀਗਾ ਬਖਸ਼ਿਸ਼ ਸੀ, ਉਹਨਾਂ ਨੇ ਹੀ ਇਹ ਦੇਖ ਲਿਆ ਕਿ ਬਈ
ਭਾਈ ਇਸ ਤੋਂ ਇਹ ਸੇਵਾ ਲੈਣੀ ਹੈ। ਮੇਰੇ ਬਸ ਦਾ ਕੁਛ ਨਹੀਂ ਸੀਗਾ ਜੀ। ਇਫ ਯੂ ਆਸਕ ਮੀ, ਮੇਰੀ ਤਾਂ ਇਸ ਵਿੱਚ ਕੋਈ ਵੀ ਅਚੀਵਮੈਂਟ ਨਹੀਂ ਹੈ। ਅਚੀਵਮੈਂਟ ਤੇ ਹੈਗੀ ਜੋ ਕਿ ਇਹ ਸੰਸਥਾ ਇਸਟੈਬਲਿਸ਼ ਕੀਤੀ ਗਈ, ਜੋ ਇਹ ਸੰਸਥਾ ਐਨਵਿਸੇਜ ਕੀਤੀ ਗਈ, ਔਰ ਜਿਸ ਤਰ੍ਹਾਂ ਮਹਾਪੁਰਸ਼ਾਂ ਨੇ ਇਸ ਨੂੰ ਸੇਧ ਦੇ ਕੇ ਇਸ ਲੈਵਲ 'ਤੇ ਪਹੁੰਚਾ ਦਿੱਤਾ ਗਿਆ ਹੈ। 129 ਸਕੂਲ ਬਣਾ ਦੇਣੇ ਨੇ ਇਨ ਅ ਮੈਟਰ ਆਫ 3 decades, ਐਂਡ ਦੈਟ ਟੂ ਇਨ ਰੂਰਲ ਏਰੀਆਜ਼। 2 ਯੂਨੀਵਰਸਿਟੀਜ਼ ਇਸਟੈਬਲਿਸ਼ ਕਰ ਦੇਣੀਆਂ ਪੰਜਾਬ ਵਿੱਚ, ਇੱਕ ਪੰਜਾਬ ਵਿੱਚ ਤਲਵੰਡੀ ਸਾਬੋਂ, ਇੱਕ ਹਿਮਾਚਲ ਪ੍ਰਦੇਸ਼ ਇੰਟਰਨਲ ਯੂਨੀਵਰਸਿਟੀ ਫॉर ਵੂਮੈਨ, ਔਰ ਤੀਸਰੀ ਯੂਨੀਵਰਸਿਟੀ ਜਿਸ ਦੇ ਬਾਰੇ ਸ਼ਾਇਦ ਲੋਕਾਂ ਨੂੰ ਜ਼ਿਆਦਾ ਗਿਆਨ ਨਹੀਂ ਹੈ, ਉਹ USA ਵਿੱਚ ਇਸਟੈਬਲਿਸ਼ ਕੀਤੀ ਹੈ, ਅਕਾਲ ਗਲੋਬਲ ਯੂਨੀਵਰਸਿਟੀ, ਜਿਹੜੀ ਕਿ ਰਜਿਸਟਰਡ ਹੈਗੀ ਇਨ ਮੈਰੀਲੈਂਡ। ਔਰ ਨਾਲ ਹੀ ਇੱਕ ਅਸੀਂ ਯੂਨੀਵਰਸਿਟੀ ਉਸਦਾ ਇੱਕ ਬ੍ਰਾਂਚ ਸ਼ੁਰੂ ਕਰਨ ਲੱਗੇ ਹਾਂ ਐਲਬੂਕਰਕੇ ਵਿੱਚ। ਸੋ ਇਹ ਸੰਸਥਾ ਦੀ ਜੋ ਅਚੀਵਮੈਂਟਸ ਹਨ ਇਹ ਯੂਨੀਕ ਹਨ, ਇਹ ਜ਼ਿਆਦਾ ਇੰਪੋਰਟੈਂਟ ਹਨ ਬਜਾਏ ਦੇ ਕਿ ਕਿਸੇ ਇੰਡੀਵਿਜੂਅਲ ਦੇ। ਬਾਬਾ ਜੀ, ਆਮ ਸੋ ਗਲੈਡ, ਮੈਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੈ ਕਿ ਤੁਸੀਂ ਇਨ ਅਚੀਵਮੈਂਟਸ ਬਾਰੇ ਜ਼ਿਕਰ ਕੀਤਾ, ਬਿਕੋਜ਼ ਇੰਨੇ ਵੱਡੇ ਲੈਵਲ 'ਤੇ ਇਹ ਕੰਮ ਹੋ ਰਿਹਾ, ਸੇਵਾ ਹੋ ਰਹੀ ਹੈ ਸੰਸਥਾ ਵੱਲੋਂ, ਕਿ ਅਕਸਰ ਲੋਕਾਂ ਨੂੰ ਸਾਰੀ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਜੈਸੀ ਮਾਨ ਜੀ, ਤੁਸੀਂ ਵੀ ਇਸ ਚੀਜ਼ ਦਾ ਜ਼ਿਕਰ ਸਾਡੇ ਨਾਲ ਕਰ ਰਹੇ ਸੀ। ਤੁਸੀਂ ਆਪ ਇੱਕ ਵਾਂਸ ਅਗੇਨ ਅਕੰਪਲਿਸ਼ਡ ਟੈਕ ਐਂਟਰਪ੍ਰੈਨਿਓਰ, ਤੁਹਾਡੀ ਬੈਕਗਰਾਊਂਡ ਹੈਗੀ, ਤੁਹਾਡੀ ਜੋ ਸੇਵਾ ਰਹੀ ਹੈ ਤੁਹਾਡੇ ਪਰਿਵਾਰ ਵੱਲੋਂ, ਤੁਹਾਡੇ ਮਿਸਿਜ਼ ਨੇ ਆਪ ਇਸ ਸੰਸਥਾ ਦੇ ਨਾਲ ਜੁੜ ਕੇ ਬਹੁਤ ਵੱਡੇ ਲੈਵਲ 'ਤੇ ਸੇਵਾ ਕੀਤੀ ਹੋਈ ਹੈ। ਬਟ ਜੈਸੀ ਮਾਨ ਜੀ, ਤੁਸੀਂ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਕਿਹੋ ਜਿਹੀ ਅਕੰਪਲਿਸ਼ਮੈਂਟਸ ਇਸ ਸੰਸਥਾ ਦੇ ਕ੍ਰੈਡਿਟ 'ਤੇ ਜਾਂਦੀਆਂ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ। ਤੁਸੀਂ ਪੁਰਾਣੇ ਤੋਂ ਜੁੜੇ ਹੋਏ ਹੋ, ਇਸ ਚੀਜ਼ ਦੇ ਨਾਲ ਸ਼ੁਰੂ ਕਰੋ। ਆਪਾਂ ਗੱਲ ਕਰ ਰਹੇ ਸੀ ਵੀ ਇਹਨਾਂ ਦੀ ਅਕੰਪਲਿਸ਼ਮੈਂਟਸ ਗੁਰੂ ਸਾਹਿਬ ਦੀ। ਕਈ ਵਾਰੀ ਇੰਨੇ ਬਿਜ਼ੀ ਰਹਿੰਦੇ ਆ ਵੀ so many things need to be done, ਕੋਈ ਪ੍ਰੋਬਲਮਸ, ਪਿੱਛੇ ਫਲੱਡ ਆਏ, ਉਹਨਾਂ ਦੇ ਲਈ ਪੈਸੇ ਚਾਹੀਦੇ ਸੀ, ਫਿਰ ਕੋਵਿਡ ਚੱਲ ਰਿਹਾ ਸੀ ਟੀਚਰਸ ਲਈ, but we forget ਕਿ ਵੀ with very little this organization has accomplished so much in last 20 years. 129 ਸਕੂਲ ਜਿਹੜੇ ਖੋਲ੍ਹੇ ਆ, ਇੱਕ ਸਕੂਲ ਜਿਹੜਾ ਹੁਣ ਮੇਰਾ ਖਿਆਲ ਹਾਈ ਸਕੂਲ ਤੱਕ ਪਹੁੰਚ ਚੁੱਕਿਆ, ਕਿਉਂਕਿ ਸ਼ੁਰੂ ਵਿੱਚ ਜਦੋਂ ਸਕੂਲ ਸ਼ੁਰੂ ਹੁੰਦੇ ਆ ਉਹਨਾਂ ਵਿੱਚ 2 ਗ੍ਰੇਡ ਜਾਂ 1, 2, 3 ਗ੍ਰੇਡ ਹੁੰਦੇ ਆ, ਅਤੇ ਉਹਨਾਂ ਦੀ ਕੋਸਟ ਮਿਲੀਅਨਸ ਆਫ ਡਾਲਰਸ ਦੇ ਵਿੱਚ ਜਾਂਦੀ ਹੈ। ਟੀਚਰਸ ਦੇ ਲਈ ਹਾਊਸਿੰਗ ਚਾਹੀਦੀ ਹੈ, all the cost of laboratories and other things. ਅਤੇ when I look back ਕਿ ਵੀ ਹੁਣ ਇਹ 70,000 ਸਟੂਡੈਂਟਸ ਜਿਹੜੇ ਉੱਥੇ ਪੜ੍ਹ ਰਹੇ ਨੇ, it's an incredible accomplishment, and there's no organization in Punjab doing anything even close to that. ਤੇ ਬਾਕੀ ਇਹ ਸਾਰੇ ਪ੍ਰਾਈਵੇਟ ਫੰਡਸ ਨਾਲ ਇਹ ਕੰਮ ਹੋ ਰਹੇ ਨੇ, ਇਹਨਾਂ ਨੂੰ ਕੋਈ ਗਵਰਨਮੈਂਟ ਦੀ ਅਸਿਸਟੈਂਸ ਨਹੀਂ ਮਿਲਦੀ, ਕੋਈ ਹੋਰ Akali party or anybody, nobody gives any assistance. It's all funded by private parties. It's very important that we celebrate that, and we celebrate कि भी बाबा जी इकबाल सिंह उन्होंने जिन्होंने एक काम कहने 40-50 साल ਜਿਹੜੇ ਤੋਂ ਵੀ ਜ਼ਿਆਦਾ great accomplishments। ਤੇ ਬਾਬਾ ਜੀ ਦੀ ਬਰਸੀ ਆ ਰਹੀ ਹੈ ਅਗਲੇ ਮਹੀਨੇ। I think the best ਸ਼ਰਧਾਂਜਲੀ ਬਾਬਾ ਜੀ ਲਈ ਇਹੀ ਹੋ ਸਕਦੀ ਹੈ ਵੀ ਅਸੀਂ ਉਹਨਾਂ ਦਾ ਕੰਮ ਹੋਰ ਵੀ ਵੱਧ ਚੜ੍ਹ ਕੇ ਕੰਪਲੀਟ ਕਰੀਏ। ਬਾਬਾ ਜੀ ਦੀ ਇੱਛਾ ਸੀ ਵੀ ਜੇ 500 ਸਕੂਲ ਪੰਜਾਬ ਵਿੱਚ ਖੁੱਲ੍ਹ ਜਾਏ ਤਾਂ ਹਰੇਕ ਪਿੰਡ ਦਾ ਬੱਚਾ ਉਹ ਸਕੂਲ ਵਿੱਚ ਜਾ ਕੇ ਪੜ੍ਹ ਸਕਦਾ। ਅਤੇ ਕਿਉਂਕਿ ਯੂਨੀਵਰਸਿਟੀ ਦਾ ਕੰਮ ਬਹੁਤ ਵੱਡਾ ਸੀ ਪਿਛਲੇ 5-6 ਸਾਲਾਂ ਵਿੱਚ, ਅਤੇ ਉਹ ਸਕੂਲਾਂ ਦੀ ਐਕਸਪੈਂਸ਼ਨ ਨਹੀਂ ਹੋਈ। But I think there's so much more we can do if the community participates. ਜੀ, ਤੁਸੀਂ ਕਮਿਊਨਿਟੀ ਪਾਰਟਿਸਿਪੇਸ਼ਨ ਦੀ ਗੱਲ ਕੀਤੀ ਹੈ। ਅਮਰੀਕ ਸਿੰਘ ਪੰਡਾਲ ਜੀ, ਤੁਸੀਂ ਇੱਥੇ ਯੂਲਿਸ ਗੁਰਦੁਆਰਾ ਸਾਹਿਬ ਸੰਗਤਾਂ ਨੂੰ ਸੱਦਿਆ, ਆਪ ਤੁਸੀਂ ਇੱਥੇ ਪਹੁੰਚੇ ਹੋ। ਜਦੋਂ ਸੰਗਤ ਦੀ ਸਹਿਯੋਗ ਦੀ ਅਸੀਂ ਗੱਲ ਛੇੜਦੇ ਹਾਂ, ਖਾਸ ਕਰਕੇ ਇਹੋ ਜਿਹੇ ਕਾਰਜ ਲਈ, ਕੌਮ ਦੇ ਕਾਰਜ ਲਈ ਕਿੰਨਾ ਕੁ ਇੰਪੋਰਟੈਂਟ ਹੈ? ਕੀ ਅਪੀਲ ਤੁਸੀਂ ਵਿਊਅਰਸ ਨਾਲ ਕਰਨਾ ਚਾਹੋਗੇ? ਕਿਉਂ ਹਰੇਕ ਨੂੰ ਨਾ ਕਿ ਸਿਰਫ ਆਪ ਦਾ ਦਸਵੰਧ ਕੱਢਣਾ ਚਾਹੀਦਾ ਹੈ ਇਹੋ ਜਿਹੀ ਸੇਵਾ ਲਈ, ਬਟ ਇਹੋ ਜਿਹੀ ਸੰਸਥਾ ਨੂੰ ਵੱਧ ਚੜ੍ਹ ਕੇ ਸਪੋਰਟ ਕਰਨੀ ਚਾਹੀਦੀ ਹੈ? ਅਮਨੀਕ ਸਿੰਘ ਜੀ। ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਿੱਖ ਸੰਘ ਜੂਲਸ ਅਤੇ ਸਬ ਟੈਕਸਿਸ ਦੀਆਂ ਸੰਗਤਾਂ ਵੱਲੋਂ
ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਇਹਦਾ ਜੀ ਆਇਆਂ ਆਖਦੇ ਹਾਂ। ਬਹੁਤ ਬਹੁਤ ਧੰਨਵਾਦ ਜਿਹੜਾ ਕਿ ਉਹਨਾਂ ਨੇ ਸਾਡੇ ਗੁਰਦੁਆਰਾ ਸਾਹਿਬ ਨੂੰ ਇੰਨਾ ਮਾਣ ਬਖਸ਼ਿਆ ਕਿ ਉਹਨਾਂ ਨੇ ਇਹ ਜਗ੍ਹਾ ਚੂਜ਼ ਕੀਤੀ ਹੈ। ਅਤੇ ਨਾਲ ਨਾਲ ਅਸੀਂ ਜਸ ਪੰਜਾਬੀ TV ਨੂੰ ਵੀ ਭੁੱਲ ਨਹੀਂ ਸਕਦੇ, ਕਿਉਂਕਿ ਤੁਹਾਡੇ ਤੋਂ ਬਿਨਾਂ ਤਾਂ ਸਾਡਾ ਸੁਨੇਹਾ ਵੀ ਸੰਗਤਾਂ ਤੱਕ ਪਹੁੰਚ ਨਹੀਂ ਸਕਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਵੀ ਦੱਸਿਆ, ਇਹ ਜਿਹੜੇ ਉਪਰਾਲੇ ਨੇ, ਐਡੇ ਵੱਡਾ ਉਪਰਾਲਾ ਕਰਨਾ, ਦੇਖੋ 129 ਸਕੂਲ ਸੇ ਖੁੱਲ੍ਹਣੇ ਜਿਹੜੇ ਕਿ ਅੱਜ ਕੱਲ੍ਹ 10ਵੀਂ ਤੱਕ ਪਹੁੰਚ ਚੁੱਕੇ ਨੇ। ਅਤੇ ਉਸ ਤੋਂ ਵੱਡਾ ਇਹਨਾਂ ਦਾ ਜਿਹੜਾ ਯੋਗਦਾਨ ਜ਼ਿਆਦਾ ਕਿ ਜਿਹੜਾ ਇਹਨਾਂ ਦਾ ਫੋਕਸ ਹੈਗਾ ਜ਼ਿਆਦਾ ਰੂਰਲ ਏਰੀਆ ਕਵਰ ਕਰਨਾ, ਜਿਹੜਾ ਕਿ ਅਜੇ ਵੀ ਦੇਖੋ ਪੰਜਾਬ ਆਪਣਾ ਕਾਫੀ ਐਡਵਾਂਸ ਸਟੇਟ ਹੈਗੀ ਆ, ਪਰ ਫਿਰ ਵੀ ਕੁਛ ਏਰੀਆ ਦੇ ਵਿੱਚ ਅਜੇ ਵੀ ਅੱਛੇ ਸਕੂਲ ਨਹੀਂ ਹੈਗੇ। ਸਰਕਾਰੀ ਸਕੂਲਾਂ ਦੀ ਤਾਂ ਗੱਲ ਛੱਡੋ, ਅਤੇ ਮਤਲਬ ਬਹੁਤ ਅੱਛੇ ਸਕੂਲ ਨੇ। ਜਿਹੜਾ ਇਹਨਾਂ ਦਾ ਉਪਰਾਲਾ ਬਾਬਾ ਜੀ ਕਰ ਰਹੇ ਨੇ, ਐਡੀ ਵੱਡੀ ਸੰਸਥਾ ਕਲਗੀਧਰ ਆਪਣੇ ਸੁਸਾਇਟੀ ਨੂੰ ਲੀਡ ਕਰ ਰਹੇ ਨੇ। ਅਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇ, ਕਿ ਕੋਈ ਵੀ ਯੋਗਦਾਨ ਵੱਡਾ ਛੋਟਾ ਨਹੀਂ ਹੁੰਦਾ, ਜਿੰਨਾ ਵੀ ਹਰ ਇੱਕ ਦੀ ਸੰਗਤਾਂ ਦੀ ਕਪੈਸਿਟੀ ਹੈਗੀ ਆ। ਅਤੇ ਵੱਧ ਤੋਂ ਵੱਧ ਯੋਗਦਾਨ ਪਾਇਆ ਕਿ ਬਾਬਾ ਜੀ ਹੋਰ ਵੱਧ ਤੋਂ ਵੱਧ ਸਕੂਲ ਖੋਲ੍ਹਣ। ਇਸ ਤੋਂ ਇਲਾਵਾ ਇਹ ਆਪਣੇ ਬਾਬਾ ਜੀ ਆਪਣੇ ਡੀ ਐਡਿਕਸ਼ਨ ਬਾਰੇ, ਸੌਰੀ ਮੈਂ ਭੁੱਲ ਗਿਆ ਸੀ, ਉਹ ਜਦ ਡੀ ਐਡਿਕਸ਼ਨ ਬਾਰੇ ਜਿਹੜਾ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ। ਇਸ ਵੇਲੇ 2 ਸੈਂਟਰ ਖੋਲ੍ਹੇ ਨੇ ਆਲਰੇਡੀ, ਹੋਰ ਵੀ ਉਹਨਾਂ 'ਤੇ ਕੰਮ ਕਰ ਰਹੇ ਨੇ, ਕਿ ਜਿਹੜੀ ਕਿ ਬਹੁਤ ਖਾਸ ਕਰਕੇ ਪੰਜਾਬ ਨੂੰ ਇਸ ਚੀਜ਼ ਦੀ ਸਾਨੂੰ ਬਹੁਤ ਜ਼ਰੂਰਤ ਹੈ। ਸੋ ਇਹੀ ਦੁਆਰਾ ਫਿਰ ਅਪੀਲ ਕਰਦੇ ਹਾਂ ਕਿ ਸੰਗਤਾਂ ਵੱਧ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਪਾਉਣ। ਜੀ ਥੈਂਕ ਯੂ ਸੋ ਮਚ ਅਮਰੀਕ ਸਿੰਘ ਜੀ। ਭਾਵੇਂ ਡੀ ਐਡਿਕਸ਼ਨ ਦੀ ਸੇਵਾ ਹੋਵੇ, ਬੱਚਿਆਂ ਨੂੰ ਛੋਟੀ ਉਮਰ ਤੋਂ ਸਿੱਖਿਆ ਦੇ ਨਾਲ ਸਿੱਖੀ ਅਤੇ ਇੱਕ ਪ੍ਰੋਪਰ ਐਜੂਕੇਸ਼ਨ ਦੇ ਨਾਲ ਜੋੜਨ ਦੀ ਗੱਲ ਹੋਵੇ, ਛੋਟੀ ਉਮਰ ਤੋਂ ਲੈ ਕੇ ਉਹਨਾਂ ਨੂੰ ਉਹਨਾਂ ਦੀ ਹਾਇਰ ਐਜੂਕੇਸ਼ਨ ਤੱਕ ਪਹੁੰਚਾਉਣ ਦੀ ਗੱਲ ਹੋਵੇ, ਇਨ ਸਾਰੀ ਚੀਜ਼ਾਂ ਨੂੰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ। ਯੂਥ ਕਿਸ ਤਰ੍ਹਾਂ ਸੰਸਥਾ ਨਾਲ ਜੁੜੀ ਹੈ, ਇੱਥੇ ਵੱਸਦੀ ਹੋਈ ਯੂਥ ਦੇ ਨਾਲ ਵੀ ਗੱਲ ਕਰਾਂਗੇ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਆ ਗਿਆ ਹੈ। ਵਿਊਅਰਸ, ਤੁਸੀਂ ਕਿਤੇ ਨਾ ਜਾਓ। ਯੂਲਿਸ ਟੈਕਸਿਸ ਗੁਰਦੁਆਰਾ ਸਾਹਿਬ ਤੋਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਅਤੇ ਗੱਲ ਇਸ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਯੂਲਿਸ ਟੈਕਸਿਸ ਤੋਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਗੁਰਦੁਆਰਾ ਸਿੱਖ ਸੰਗਤ ਯੂਲਿਸ ਦੇ ਵਿੱਚ ਅੱਜ ਸੰਗਤਾਂ ਵੀ ਪਹੁੰਚੀਆਂ ਹਨ, ਸਾਡੀ ਵੀ ਟੀਮ ਪਹੁੰਚੀ ਹੈ। ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਪਹੁੰਚੇ ਹਨ। ਤੁਹਾਡਾ ਟੂਰ ਲਗਾਤਾਰ ਦਸੰਬਰ 1 ਤੋਂ ਸਿਐਟਲ, ਸਪੋਕੇਨ, ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਨਿਊ ਮੈਕਸੀਕੋ, ਆਰਕਨਸਾ, ਹੁਣ ਤੁਹਾਨੂੰ ਟੈਕਸਸ ਦੇ ਵਿੱਚ ਲੈ ਕੇ ਆਇਆ। ਬਾਬਾ ਜੀ, ਇਸ ਟ੍ਰਿਪ ਦੇ ਵਿੱਚ ਮਿਸ਼ਨ ਆਪਣੇ ਐਜ਼ ਆਲਵੇਜ਼ ਕਲੀਅਰ ਹੈਗੇ। ਸੰਸਥਾ ਨੂੰ ਕਿਸ ਤਰ੍ਹਾਂ ਅਸੀਂ ਸਪੋਰਟ ਕਰਕੇ ਉਨ ਲੋੜਮੰਦ ਬੱਚਿਆਂ ਨੂੰ ਇੱਕ ਓਪਰਚੁਨਿਟੀ ਦੇ ਸਕਦੇ ਹਾਂ, ਕਿੰਨੇ ਹਜ਼ਾਰਾਂ ਬੱਚਿਆਂ ਨੂੰ ਸਿੱਖੀ ਨਾਲ ਜੋੜ ਸਕਦੇ ਹਾਂ। ਹੋਰ ਜੋ ਪੰਜਾਬ ਦੇ ਵਿੱਚ ਵੱਡੇ ਇਸ ਵੇਲੇ ਮੁੱਦੇ ਹਨ, ਭਾਵੇਂ ਉਹ ਐਡਿਕਸ਼ਨ ਨਸ਼ਿਆਂ ਦਾ ਮੁੱਦਾ ਹੋਵੇ, ਭਾਵੇਂ ਉਹ ਇਨਵਾਇਰਨਮੈਂਟ ਦਾ ਮੁੱਦਾ ਹੋਵੇ, ਕਿਸਾਨਾਂ ਦੀ ਕਿੰਨੀ ਜੋ ਤਰਾਸਦੀ ਅਸੀਂ ਵੇਖਦੇ ਆ ਰਹੇ ਹਾਂ ਉਹਦੀ ਗੱਲ ਹੋਵੇ, ਇਨ ਸਾਰੀ ਚੀਜ਼ਾਂ 'ਤੇ ਸੰਸਥਾ ਕੰਮ ਕਰ ਰਹੀ ਹੈ। ਬਟ ਐਟ ਦ ਸੈਂਟਰ ਆਫ ਇਟ ਇਜ਼ ਆਲਵੇਜ਼ ਐਜੂਕੇਸ਼ਨ। ਮਾਈਨੋਰਿਟੀ ਕੈਨੋਟ ਸਰਵਾਈਵ ਵਿਦਆਊਟ ਕੁਆਲਿਟੀ। ਇਹ ਤੁਹਾਡੀ ਲਾਈਨ ਬਾਰ-ਬਾਰ ਅਸੀਂ ਦੁਹਰਾਉਂਦੇ ਹਾਂ, ਬਿਕੋਜ਼ ਭਾਵੇਂ ਸਾਡੀ ਇਸ ਮੁਲਕ ਦੇ ਵਿੱਚ ਗਿਣਤੀ ਛੋਟੀ ਹੋਣ ਦੇ ਬਾਵਜੂਦ ਵੀ ਸੰਗਤਾਂ ਨੇ ਕਿੰਨੀ ਤਰੱਕੀਆਂ ਕੀਤੀਆਂ। ਪੰਜਾਬ ਜਿੱਥੋਂ ਅਸੀਂ ਆਉਂਦੇ ਹਾਂ, ਜਿੱਥੇ ਸਾਡੀ ਜੜ੍ਹਾਂ ਹੈਗੀਆਂ, ਉੱਥੇ ਇਹ ਤਰੱਕੀ ਨਹੀਂ ਵੇਖਣ ਨੂੰ ਮਿਲਦੀ। ਬਟ ਅਗਰ ਕਿਸੇ ਬੱਚੇ ਨੂੰ, ਬੱਚੀ ਨੂੰ ਉਹਨਾਂ ਦੀ ਲਾਈਫ ਟਾਈਮ ਐਜੂਕੇਸ਼ਨ ਦਾ ਗਿਫਟ ਦਿੱਤਾ ਜਾਂਦਾ ਹੈ, ਕਿਸ ਤਰ੍ਹਾਂ ਦਾ ਫਰਕ ਉਹਨਾਂ ਦੀ, ਨਾ ਕਿ ਸਿਰਫ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਪਿੰਡ, ਸੁਸਾਇਟੀ ਦੇ ਵਿੱਚ ਹੁੰਦਾ ਹੈ। ਲੈਟਸ ਸਟਾਰਟ ਵਿਦ ਲਾਈਫ ਟਾਈਮ ਐਜੂਕੇਸ਼ਨ। ਜੀ, ਇਹ ਜਿਤਨੀ ਵੀ ਸਮੱਸਿਆਵਾਂ ਇਸ ਟਾਈਮ ਪੰਜਾਬ ਦੀਆਂ ਹਨ, ਚਾਹੇ ਉਹ ਸਮੌਲ ਲੈਂਡ ਹੋਲਡਿੰਗਸ ਹੈ, ਚਾਹੇ ਬੱਚਿਆਂ ਦਾ ਸਕੂਲ ਡਰੋਪ ਆਊਟ ਹੋਣਾ, ਚਾਹੇ ਐਡਿਕਸ਼ਨ ਦੀ ਪ੍ਰੋਬਲਮ, ਜਾਂ ਜਿਹੜੀ ਉਹਨਾਂ ਨੂੰ ਕਿਸਾਨਾਂ ਨੂੰ MSP ਨਹੀਂ ਮਿਲ ਰਹੀ। ਸੋ ਇਨ ਸਾਰੀ ਸਮੱਸਿਆਵਾਂ ਦਾ ਹੱਲ ਇੱਕੋ ਹੀ ਹੈ, ਪ੍ਰੋਵਾਈਡਿੰਗ ਕੁਆਲਿਟੀ ਐਜੂਕੇਸ਼ਨ ਐਟ ਦ ਡੋਰ ਸਟੈਪ of our rural children.
ਜੇ ਅਸੀਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਦੇਵਾਂਗੇ ਤੇ ਲਾਜ਼ਮੀ ਹੈ ਉਹ ਸਕੂਲ ਡ੍ਰੌਪ ਆਊਟਸ ਨਹੀਂ ਹੋਣਗੇ। ਜੇ ਉਹ ਸਕੂਲ ਡ੍ਰੌਪ ਆਊਟਸ ਨਹੀਂ ਹੋਣਗੇ ਤੇ ਐਡਿਕਸ਼ਨ ਦੀ ਬਿਮਾਰੀ ਵਿੱਚ ਵੀ ਨਹੀਂ ਜਾਣਗੇ। ਸੈਕੰਡਲੀ, ਜਿਹੜੀ ਅਸੀਂ ਇਹ ਓਬਜ਼ਰਵ ਕੀਤਾ ਹੈ ਕਿ ਸਾਡੀ ਅਕੈਡਮੀਆਂ ਵਿੱਚ ਜੋ ਬੱਚੀਆਂ ਆ ਰਹੀਆਂ ਹਨ, ਦੇ ਆਰ ਪਰਫਾਰਮਿੰਗ ਵੈਰੀ ਵੈਲ, ਦੇ ਆਰ ਆਊਟ ਪਰਫਾਰਮਿੰਗ ਦ ਬॉयਜ਼। ਸੋ ਉਸਦੇ ਜੋ ਉਸਦਾ ਇੰਪੈਕਟ ਲੌਂਗ ਟਰਮ ਸੋਸਾਇਟੀ ਜਾ ਰਿਹਾ ਹੈ ਕਿ ਬੱਚੀਆਂ ਸਾਡੀਆਂ ਐਜੂਕੇਟ ਹੋ ਕੇ ਪਰਿਵਾਰ ਸੰਭਾਲ ਰਹੀਆਂ ਹਨ। ਇੱਕ ਬੜੀ ਹੈਰਾਨਗੀ ਦੀ ਗੱਲ ਅਸੀਂ ਚੀਜ਼ ਨੋਟ ਕੀਤੀ ਹੈ ਕਿ ਇਸ ਸਮੇਂ ਪੰਜਾਬ ਵਿੱਚ 80% ਐਡਮਿਸ਼ਨਸ ਇਨ ਇੰਸਟੀਟਿਊਸ਼ਨਸ ਆਫ ਹਾਇਰ ਲਰਨਿੰਗ, ਯੂਨੀਵਰਸਿਟੀਜ਼ ਵਿੱਚ 80% ਐਨਰੋਲਮੈਂਟ ਲੜਕੀਆਂ ਦਾ ਹੈ, ਕੇਵਲ 20% ਐਨਰੋਲਮੈਂਟ ਲੜਕਿਆਂ ਦਾ ਹੋ ਰਿਹਾ ਹੈ। ਇਹ ਸੋਸ਼ਲੀ ਇਟ ਵਿਲ ਬਿਕਮ ਅ ਗ੍ਰੇਟ ਚੈਲੰਜ ਇਨ ਦ ਈਅਰਸ ਟੂ ਕਮ। ਸੋ ਇਹ ਵੀ ਅਸੀਂ ਇਸ ਨੂੰ ਵੀ ਐਡਰੈਸ ਕਰਨਾ ਹੈ ਤਾਂ ਕਿ ਬੱਚਿਆਂ ਨੂੰ ਵੀ ਅਸੀਂ ਮੋਟੀਵੇਟ ਕਰੀਏ ਉਹ ਵੀ ਹਾਇਰ ਐਜੂਕੇਸ਼ਨ ਲੈਣ। ਜਿੱਥੇ ਤੁਸੀਂ ਗੱਲ ਕਰ ਰਹੇ ਹੋ ਬੱਚਿਆਂ ਨੂੰ ਸਪਾਂਸਰ ਕਰਨ ਦੀ, ਸਾਡੀ ਜੋ ਅਕਾਲ ਅਕੈਡਮੀ ਦੀ ਫੀਸ ਹੈਗੀ ਉਹ ਕਿੰਡਰਗਾਰਟਨ ਵਿੱਚ, ਦੈਟ ਇਜ਼ ਪ੍ਰੀ ਸਕੂਲ ਵਿੱਚ ਤਕਰੀਬਨ 1500 ਰੁਪਏ ਹੈ, ਵਿਚ ਇਜ਼ ਅਮੰਗ ਦ ਲੋਐਸਟ ਇਨ ਐਨੀ ਸੈਲਫ ਫਾਈਨੈਂਸਡ ਸਕੂਲ ਇਨ ਪੰਜਾਬ, ਵਿਚ ਇਜ਼ ਗਿਵਿੰਗ ਕੁਆਲਿਟੀ ਐਜੂਕੇਸ਼ਨ। 1500 ਰੁਪਏ ਮਹੀਨੇ 'ਚ ਅਸੀਂ ਸ਼ੁਰੂ ਕਰਦੇ ਹਾਂ ਅਤੇ 10ਵੀਂ ਕਲਾਸ ਦੀ ਫੀਸ ਤਕਰੀਬਨ 2500 ਰੁਪਏ ਮਹੀਨਾ ਹੈ। ਸਮਟਾਈਮਸ ਲੋਕਾਂ ਵਿੱਚ ਗਲਤਫਹਿਮੀ ਹੋ ਜਾਂਦੀ ਹੈ ਕਿ ਅਕਾਲ ਅਕੈਡਮੀ ਦੀ ਵੀ ਫੀਸ ਬਹੁਤ ਜ਼ਿਆਦਾ ਹੈ। ਫੀਸ ਬਹੁਤ ਹੀ ਮੋਡੈਸਟ ਹੈ ਔਰ ਅਸੀਂ ਬਹੁਤ ਘੱਟ ਫੀਸ ਹਰ ਸਾਲ ਵਧਾਉਂਦੇ ਹਾਂ। ਵੀ ਡੋਂਟ ਈਵਨ ਬੀਟ ਦ ਇਨਫਲੇਸ਼ਨ। ਸੋ ਇਹ ਮੈਂ ਚਾਹੁੰਦਾ ਸੀਗਾ, ਦਾਸ ਚਾਹੁੰਦਾ ਸੀ ਕਿ ਅਸੀਂ ਇਹ ਮਿਸਗਿਵਿੰਗ ਕਲੀਅਰ ਕਰ ਦਈਏ ਕਿ ਸਾਡੀ ਫੀਸ ਬਹੁਤ ਹੀ ਮੋਡੈਸਟ ਹੈ। ਬਟ ਦ ਪ੍ਰੋਬਲਮ ਇਜ਼ ਕਿ ਇਹ ਮੋਡੈਸਟ ਫੀਸ ਦੇਣ ਵਾਲੇ ਵੀ ਬਹੁਤ ਘੱਟ ਲੋਕ ਪਿੰਡਾਂ ਵਿੱਚ ਰਹਿ ਗਏ ਹਨ ਕਿਉਂਕਿ ਲੈਂਡ ਹੋਲਡਸ ਇਤਨੀਆਂ ਛੋਟੀਆਂ ਹੋ ਗਈਆਂ ਹਨ, ਹੋਰ ਵੋਕੇਸ਼ਨਸ ਹੈ ਨਹੀਂ, ਲੋਕ ਐਜੂਕੇਟਿਡ ਨਹੀਂ ਹੈ, ਆਲਟਰਨੇਟ ਐਮਪਲੋਇਮੈਂਟ ਨਹੀਂ ਹੈ। ਸੋ ਇਹ ਵੀ ਉਸ ਨੂੰ ਚੈਲੰਜਿੰਗ ਮਹਿਸੂਸ ਕਰ ਰਹੇ ਹਨ। ਤਾਂ ਹੀ ਅਸੀਂ ਇਹ ਝੋਲੀ ਅੱਡ ਕੇ ਇੱਥੇ ਆ ਕੇ ਬੈਠ ਗਏ ਹਾਂ ਅਮਰੀਕਾ ਵਿੱਚ ਕਿ ਭਾਈ ਅਸੀਂ ਪਿੰਡਾਂ ਨੂੰ ਸੰਭਾਲੀਏ, ਬੱਚਿਆਂ ਨੂੰ ਸਪੋਰਟ ਕਰੀਏ। ਬਹੁਤ ਸਾਰੇ ਬੱਚੇ ਐਸੇ हैं कि जो थोड़ी जी सपोर्ट कर लिए, let's say a child is able to afford 1000 rupees a month, so if you support him with 500 rupees we educate the child जी। एक ਹੋਰ ਚੀਜ਼ ਮੈਂ ਨੋਟਿਸ ਕੀਤੀ ਹੈ ਕਿ ਕਈ ਦਫਾ ਲੋਕ ਇਮੋਸ਼ਨਲ ਹੋ ਕੇ ਚਾਹੁੰਦੇ ਹਨ ਕਿ ਉਹਨਾਂ ਦੇ ਪਿੰਡ ਵਿੱਚ ਸਕੂਲ ਖੋਲ੍ਹਿਆ ਜਾਏ। ਯੂ ਸੀ ਓਪਨਿੰਗ ਅ ਸਕੂਲ we have to keep a gap of at least 20 ਕਿਲੋਮੀਟਰ, 20 ਕਿਲੋਮੀਟਰ ਦਾ ਜੇ ਗੈਪ ਹੋਏਗਾ ਤਾਂ ਹੀ ਅਸੀਂ ਉਹ ਐਡਿਕੁਏਟਲੀ ਸਪੇਸਡ ਹੋਵਾਂਗੇ। ਅਦਰਵਾਈਜ਼ ਅਸੀਂ ਆਪਣੇ ਆਪ ਨਾਲ ਹੀ ਕੰਪੀਟ ਕਰਨ ਲੱਗ ਪੈਂਦੇ ਹਾਂ। ਉਹੀ ਬੱਚੇ ਆਦੇਸ਼ ਚਾਹੁੰਦੇ ਆ, ਅਦੇਸ਼ ਚਾਹੁੰਦੇ ਆ। ਸੋ ਜਿਹੜਾ ਅਸੀਂ ਇਨਫਰਾਸਟ੍ਰਕਚਰ ਖੜਾ ਕਰਦੇ ਹਾਂ ਉਹ ਆਪਟੀਮਲੀ ਇਸਤੇਮਾਲ ਨਹੀਂ ਹੋ ਪਾਉਂਦਾ। ਇਸ ਵਾਰੀ ਇੱਕ ਦਾਸ ਨੇ ਬੜੀ ਇੰਟਰਸਟਿੰਗ ਗੱਲ ਦੇਖੀ। ਅਸੀਂ ਪਲੇਜ਼ੈਂਟਨ ਸੀਗੇ, ਉੱਥੇ ਸਾਡੇ ਬਹੁਤ ਹੀ ਰਿਸਪੈਕਟਡ ਡੋਨਰ ਹੈਗੇ ਭਾਈ ਕੁਲਵਿੰਦਰ ਸਿੰਘ ਜੀ। ਉਹਨਾਂ ਨੇ ਪਹਿਲਾਂ ਵੀ ਬਹੁਤ ਸਪੋਰਟ ਕੀਤਾ ਹੈ, ਲਾਸਟ ਈਅਰ ਵੀ ਉਹਨਾਂ ਨੇ ਬਹੁਤ ਅੱਛਾ ਸਾਨੂੰ ਸਪੋਰਟ ਕੀਤਾ। ਅਤੇ ਇਸ ਸਾਲ ਉਹ ਕਹਿੰਦੇ ਵੀ ਮੈਂ ਆਪਣੇ ਪਿੰਡ ਵਿੱਚ ਤੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੁੰਦਾ, ਇਜ਼ ਇਟ ਪੋਸੀਬਲ ਟੂ ਓਪਨ ਅ ਸਕੂਲ ਦੇਅਰ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਸਾਡੇ ਨੇੜੇ ਹੀ ਵਿਦਿਨ 20 ਕਿਲੋਮੀਟਰ 2 ਸਕੂਲ ਹਨ, ਜੇ ਅਸੀਂ ਇੱਥੇ ਇੱਕ ਹੋਰ ਸਕੂਲ ਖੋਲ੍ਹ ਦਾਂਗੇ ਇਨਵੈਸਟਮੈਂਟ ਬਹੁਤ ਹੋ ਜਾਏਗੀ ਤੁਹਾਡੀ, ਬਟ ਡਿਵੀਡੈਂਡ ਘੱਟ ਰਹੇਗਾ। ਸੋ ਆਈ ਗੇਵ ਹਿਮ ਅ ਸਜੈਸ਼ਨ, ਮੈਂ ਕਿਹਾ ਸੋ ਜਿਤਨੀ ਇਨਵੈਸਟਮੈਂਟ ਕਰਨੀ ਹੈ ਅਸੀਂ ਤੁਹਾਡੇ ਪਿੰਡ ਦੇ ਬੱਚੇ ਵੈਨ 'ਚ ਬਿਠਾ ਕੇ ਇੱਕ ਆਪਣੇ ਲਾਗੇ ਦੇ ਸਕੂਲ 'ਚ ਲੈ ਜਾਵਾਂਗੇ ਅਤੇ ਜੋ ਤੁਸੀਂ ਇਨਵੈਸਟਮੈਂਟ ਕਰਨੀ ਹੈ ਬੱਚਿਆਂ ਦੀ ਫੀਸ ਵਿੱਚ ਕਰ ਦਿਓ, ਬੱਚਿਆਂ ਦੀ ਜੋ ਟਰਾਂਸਪੋਰਟੇਸ਼ਨ ਵਿੱਚ ਕਰ ਦਿਓ। ਹੀ ਐਕਸੈਪਟਡ ਦਾ ਆਈਡੀਆ ਨੋ। ਅਤੇ ਉਹਨਾਂ ਨੇ ਇੱਕ ਕਮਿਟ ਕੀਤਾ ਕਿ ਬਈ ਮੈਂ 10 ਬੱਚੇ ਲਾਈਫ ਟਾਈਮ ਸਪੋਂਸਰ ਕਰ ਰਹੇ ਹਾਂ ਅਤੇ 10 ਬੱਚੇ ਈਅਰਲੀ ਸਪੋਂਸਰ ਕਰ ਰਹੇ ਹਾਂ ਐਂਡ ਵੈਰੀ ਸੂਨ ਉਹਨਾਂ ਨੂੰ ਵੀ ਲਾਈਫ ਟਾਈਮ ਕਰ ਦੇਵਾਂਗਾ। ਸੋ 20 ਲਾਈਫ ਟਾਈਮ ਕਿਡਸ ਉਹਨਾਂ ਨੇ ਕਮਿਟ ਕੀਤਾ ਹੈ ਐਂਡ ਵੀ ਹੈਵ ਆਲਰੇਡੀ ਸਟਾਰਟਡ ਸਕਾਊਟਿੰਗ ਫॉर ਦ ਕਿਡਸ ਇਨ ਦ ਵਿਲੇਜ ਅਤੇ ਨੈਕਸਟ ਸੈਸ਼ਨ ਵਿੱਚ ਅਪ੍ਰੈਲ 'ਚ ਅਸੀਂ ਉਹ ਬੱਚੇ ਐਡਮਿਟ ਕਰ ਲਵਾਂਗੇ। ਸੋ ਇਹ ਵੀ ਇੱਕ ਪ੍ਰਪੋਜ਼ਲ ਦਾਸ ਸੰਗਤ ਨੂੰ ਦੇ ਰਿਹਾ ਹੈ ਕਿ ਬਈ ਅਕੈਡਮੀ ਹੋਰ ਖੁਲਵਾਉਣ ਦੀ ਅਸੀਂ ਦੇਖ ਲਈਏ ਕਿ ਸਾਡੇ ਪਿੰਡ ਤੋਂ ਨੀਅਰੈਸਟ ਅਕਾਲ ਅਕੈਡਮੀ ਕਿਤਨੀ ਹੈ। ਹੁਣ ਸਾਡੇ ਕੋਲ 97 ਅਕੈਡਮੀਜ਼ ਪੰਜਾਬ ਵਿੱਚ ਹਨ। ਸੋ ਮੋਸਟ ਆਫ ਦ ਏਰੀਆਜ਼ ਐਸੇ ਹਨ, ਥੋੜ੍ਹਾ ਜਿਹਾ ਏਰੀਆ ਕੁਛ ਬਚ ਗਿਆ ਹੈ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਮੁਕੇਰੀਆਂ ਦੇ ਕੋਲ ਜਾਂ ਐਸੀ ਜਗ੍ਹਾਵਾਂ 'ਤੇ ਜਿੱਥੇ ਕਿ ਅਸੀਂ ਅਜੇ ਸੈਚੂਰੇਟ ਨਹੀਂ ਹੋਏ, ਜਾਂ ਡੇਰਾ ਬਾਬਾ ਨਾਨਕ ਉੱਥੇ ਅਜੇ ਏਰੀਆ ਗੈਪ ਹੈ, ਜਾਂ ਬਾਰਡਰ ਵਿੱਚ ਖੇਮਕਰਨ ਦੇ ਕੋਲ ਪੱਟੀ ਤੋਂ ਅੱਗੇ, ਬਟ ਅਦਰਵਾਈਜ਼ ਮੋਸਟ ਏਰੀਆ ਅਸੀਂ ਸੈਚੂਰੇਟ ਕਰ ਚੁੱਕੇ ਹਾਂ। ਸੋ ਜੇ ਸਾਡੇ ਮਨ ਵਿੱਚ ਇੱਛਾ ਹੈ ਕਿ ਅਸੀਂ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਦਾਸ ਇਹੀ ਬੇਨਤੀ ਕਰੇਗਾ ਕਿ ਅਸੀਂ ਉਨ ਬੱਚਿਆਂ ਦੀ ਫੀਸ
और उन बच्चों की ट्रांसपोर्टेशन सपोर्ट कर दईए, थोड़ा बहुत जो प्रॉब्लम रहेगी वो कलगीधर ट्रस्ट अपने पासों भी सपोर्ट करेगा ताकि असी बच्चे लै जाइए जिथे कि इंफ्रास्ट्रक्चर अवेलेबल है. दैट विल बी द मोस्ट appropriate prudent way to provide education to the kids. ਬਾਬਾ ਜੀ ਤੁਸੀਂ optimal efficient ਦੀ ਗੱਲ ਕੀਤੀ ਹੈ. ਮੈਂ viewers ਨੂੰ ਇੱਕ ਵਾਰੀ ਫਿਰ ਇਸ ਚੀਜ਼ ਦਾ ਕੁਇਕਲੀ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਜਦੋਂ ਸਪੋਰਟ ਕੀਤੀ ਜਾਂਦੀ ਹੈ ਜਾਂ ਸਹਿਯੋਗ ਮਿਲਦਾ ਹੈ ਸੰਸਥਾ ਨੂੰ, ਉਹਨੂੰ ਫਲੈਸ਼ੀ ਤੌਰ ਤੇ ਨਹੀਂ ਇਸਤੇਮਾਲ ਕੀਤਾ ਜਾਂਦਾ. ਵਿਦ ਪ੍ਰੋਪਰ ਪਲੈਨਿੰਗ ਕਿ ਇੱਕ ਡਾਲਰ ਇੱਕ ਰੁਪਏ ਦਾ ਮੈਕਸਿਮਮ ਰਿਟਰਨ ਇੱਕ almost like a well-oiled corporation working towards non-profit causes. But ਅਸੀਂ lifetime sponsorship ਦੀ ਗੱਲ ਕਰ ਰਹੇ ਹਾਂ. ਸਾਡੇ ਨਾਲ ਹੁਣ ਜੁੜੇ ਹਨ ਆਤਮਾ ਸਿੰਘ ਬਵੇਜਾ ਜੀ. ਆਤਮਾ ਸਿੰਘ ਜੀ, ਤੁਸੀਂ ਆਪ ਇਹ ਸੇਵਾ ਦੇ ਵਿੱਚ ਆਪ ਦਾ ਦਾਨ ਪਾਇਆ, ਆਪ ਦੀ ਸਹਿਯੋਗ ਸਪੋਰਟ ਪਾਈ ਹੈ, ਬੱਚਿਆਂ ਨੂੰ ਤੁਸੀਂ ਲਾਈਫ-ਟਾਈਮ ਸਪਾਂਸਰਸ਼ਿਪ ਦਾ ਗਿਫਟ ਦਿੱਤਾ ਹੈ. ਆਤਮਾ ਸਿੰਘ ਜੀ, ਕੀ ਤੁਹਾਨੂੰ ਮੋਟੀਵੇਸ਼ਨ ਫੀਲ ਹੋਈ ਕਿ ਤੁਸੀਂ ਇਨ ਬੱਚਿਆਂ ਨੂੰ ਇੱਕ ਲਾਈਫ ਟਾਈਮ ਦੀ ਐਜੂਕੇਸ਼ਨ ਦੇ ਲਈ ਹੈਲਪ ਕਰੋ, ਉਹ ਵੀ ਇਸ ਸੰਸਥਾ ਰਾਹੀਂ? I think I can answer that question. ਪਹਿਲੀ ਗੱਲ ਤੇ ਵੀ I would like to get my wife over here. Can you please come over here? ਤੁਸੀਂ ਖੜ ਜਾਓ, ਅਸੀਂ ਤੁਹਾਨੂੰ ਕੈਮਰੇ ਤੇ ਦਿਖਾ ਦਿੰਦੇ ਹਾਂ. Please come, stand next to me. ਸੀ ਗੱਲ ਇਸ ਤਰ੍ਹਾਂ ਹੈ ਕਿ ਪੰਜਾਬੀ ਦੇ ਵਿੱਚ ਵਾਈਫ ਨੂੰ ਧਰਮ ਪਤਨੀ ਕਿਹਾ ਗਿਆ ਤੇ ਅਰਧਾਂਗਣੀ ਕਿਹਾ ਗਿਆ. So whatever I do or we do, I appreciate her full support. That's Rani Baveja, and she always has my back. Ji. All right, now to answer your question, ਪਹਿਲੀ ਗੱਲ ਤੇ ਇਹ ਵੇ ਕਿ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਤੇ ਮੇਰੀ ਆਬਜ਼ਰਵੇਸ਼ਨ ਦੇ ਨਾਲ ਮੇਰੀ ਲਾਈਫ ਦੇ ਵਿੱਚ ਮੇਰਾ ਤੱਤ ਇਹ ਵੇ ਕਿ ਜੇ ਕਿਸੇ ਇੰਡੀਵਿਜੂਅਲ ਨੂੰ ਖੜਾ ਕਰਨਾ ਹੋਵੇ ਜਾਂ ਸੁਸਾਇਟੀ ਨੂੰ ਖੜਾ ਕਰਨਾ ਹੋਵੇ ਜਾਂ ਕਮਿਊਨਿਟੀ ਨੂੰ ਖੜਾ ਕਰਨਾ ਹੋਵੇ ਤਾਂ ਉਸ ਦੇ ਲਈ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ. ਦੂਸਰੀ ਗੱਲ ਇਹ ਵੇ ਕਿ ਜਦੋਂ ਮੈਂ ਇਹਨਾਂ ਬੱਚਿਆਂ ਦੀ ਉਮਰ ਵਿੱਚ ਸੀ ਤਾਂ ਉਦੋਂ ਮੇਰੇ ਪੇਰੈਂਟਸ ਪਾਕਿਸਤਾਨ ਤੋਂ ਇੰਡੀਆ ਮੂਵ ਹੋਏ ਸੀ ਤੇ ਉਹ ਤੇ I don't know if this is the right word, ਪਰ ਉਦੋਂ ਅਸੀਂ ਉੱਜੜ ਕੇ ਆਏ ਸੀ. I was on the receiving end. I needed scholarships and support to get my education, and I got it. Now it's my turn to support our society and give them an opportunity. ਨਾਲੇ ਇਹ ਜਿਹੜਾ ਇੱਕ ਹੋਰ word ਹੈ investment. Investment means you get a lot more than what you put into it. So ਮੇਰੀ ਇਹ ਫੀਲਿੰਗ ਹੈ ਕਿ ਜਿਹੜੀ ਇਨਵੈਸਟਮੈਂਟ ਅਸੀਂ ਬੱਚਿਆਂ 'ਚ ਕਰਨੇ ਆ, ਉਹਨਾਂ ਦੀ ਐਜੂਕੇਸ਼ਨ ਲਈ ਕਰਨੇ ਆ, ਅਸੀਂ ਭਾਵੇਂ 10-11 ਸਾਲ ਲਈ ਕਰਾਂਗੇ, ਰਾਈਟ, ਪਰ look at their lifespan, how much return you are getting. So I want to see our society come up and my investment to be productive. Absolutely. And you know, investments ਇੱਕ long term ਚੀਜ਼ ਹੁੰਦੀ ਹੈ normally, right? ਜੋ ਬੱਚਿਆਂ ਨੂੰ ਅੱਜ ਅਸੀਂ ਐਜੂਕੇਸ਼ਨ ਰਾਹੀਂ ਉਹਨਾਂ ਦੇ ਵਿੱਚ ਇਨਵੈਸਟਮੈਂਟ ਪਾ ਰਹੇ ਹਾਂ, ਉਹਦਾ ਰਿਟਰਨ 10-20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੂਗਾ. ਸਿੱਖ ਜੋ ਕਮਿਊਨਿਟੀ ਹੈਗੀ ਓਵਰਆਲ, ਜੋ ਸਾਡੀ ਕੌਮ ਦੀ ਸਟਰੈਂਥ ਹੈ, ਉਹ 10-20 ਸਾਲਾਂ ਦੇ ਵਿੱਚ ਗਲੋਬਲੀ ਕਿਸ ਲੈਵਲ ਤੱਕ ਪਹੁੰਚਦੀ ਹੈ, ਉਸ ਇਨਵੈਸਟਮੈਂਟ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਉਸ ਸੀਡ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਜੋ ਕੱਲ੍ਹ 20 ਸਾਲਾਂ ਬਾਅਦ ਇੱਕ ਫੋਰੈਸਟ ਬਣ ਸਕਦਾ ਹੈ, ਇੱਕ ਜੰਗਲ ਬਣ ਸਕਦਾ ਹੈ. ਇਹ ਸੀਡ ਸ਼ੁਰੂ ਹੁੰਦਾ ਹੈ ਇਹੋ ਜਿਹੀ ਸੇਵਾ ਦੇ ਨਾਲ, ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਦੀ ਸੇਵਾ ਦੇ ਨਾਲ. ਸਕਰੀਨ 'ਤੇ ਲਿਖਿਆ ਹੋਇਆ ਨੰਬਰ ਰਵੀਦੀਪ ਕੌਰ ਮੁਕਤਾ ਜੀ ਦਾ ਤੁਸੀਂ ਜ਼ਰੂਰ ਨੋਟ ਕਰ ਲਓ. ਇਸ ਨੰਬਰ 'ਤੇ ਕਾਲ ਕਰਕੇ ਆਪ ਦਾ ਦਸਵੰਧ ਕੱਢੋ. ਈਅਰ ਐਂਡ ਹੋ ਰਿਹਾ ਹੈ, ਇਹ ਟੈਕਸ ਡਿਡਕਟੇਬਲ ਤੁਹਾਡੀ ਇਨਵੈਸਟਮੈਂਟ ਹੋਏਗੀ, ਬਟ ਮੋਰ ਇੰਪੋਰਟੈਂਟਲੀ ਸਾਡੇ ਬੱਚਿਆਂ ਨੂੰ, ਸਾਡੀ ਕੌਮ ਨੂੰ ਅੱਗੇ ਵਧਾਉਣ ਦੀ ਇਹ ਇਨਵੈਸਟਮੈਂਟ ਹੋਏਗੀ. ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ. ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ ਗੁਰਦੁਆਰਾ ਸਾਹਿਬ ਸਿੱਖ ਸੰਗਤ ਯੂਲਿਸ ਟੈਕਸਸ ਤੋਂ. ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਤੁਹਾਡੀ ਕਰਾ ਰਹੇ ਹਾਂ ਇੱਥੇ ਦੀ ਲੋਕਲ ਡੈਲਸ ਟੈਕਸਸ, ਯੂਲਿਸ ਟੈਕਸਸ ਰਹਿਣ ਵਾਲੀ ਸੰਗਤਾਂ ਦੇ ਨਾਲ, ਅਤੇ ਬੜੂ ਸਾਹਿਬ ਕਲਗੀਧਰ ਟਰਸਟ ਦਾ ਜੋ ਨੇਸ਼ਨ ਵਾਈਡ ਟੂਰ ਚੱਲ ਰਿਹਾ ਹੈ, ਉਹਦੇ ਵਿੱਚ ਕੀ ਕੁਝ ਅਪਡੇਟਸ ਹਨ, ਇਸ ਸੰਸਥਾ ਵੱਲੋਂ
ਕੀ ਕੁਛ ਸੇਵਾ ਹੋ ਰਹੀ ਹੈ, ਕਿੰਨੇ ਵੱਡੇ ਲੈਵਲ ਤੇ ਕਿੰਨੇ ਪੁਰਾਣੇ ਚਿਰ ਤੋਂ ਇਹ ਸੇਵਾ ਚੱਲਦੀ ਆ ਰਹੀ ਹੈ। ਪੰਜਾਬ ਦੀ ਸਫਲਤਾ ਨੂੰ ਲੈ ਕੇ ਗੱਲ ਅਸੀਂ ਤੁਹਾਡੇ ਨਾਲ ਇੱਕ ਵਾਰੀ ਫਿਰ ਅੱਜ ਪੇਸ਼ ਕਰ ਰਹੇ ਹਾਂ। ਇਸ ਕਾਜ਼ ਦੇ ਵਿੱਚ ਜਦੋਂ ਅਸੀਂ ਤੁਹਾਡੇ ਨਾਲ ਅਪੀਲ ਕਰਦੇ ਹਾਂ, ਵੱਖ-ਵੱਖ ਸੇਵਾਦਾਰ ਅਤੇ ਸਪੋਰਟਰ ਸਾਡੇ ਨਾਲ ਜੁੜ ਕੇ ਇਹ ਅਪੀਲ ਵੀ ਕਰਦੇ ਹੈ। ਸਭ ਤੋਂ ਮੈਂ ਕਹਾਂਗੀ ਇੰਪੈਕਟਫੁਲ ਉਹੀ ਅਪੀਲ ਹੁੰਦੀ ਹੈ ਜੋ ਇੱਕ ਐਕਸਪੀਰੀਅੰਸ ਦੇ ਨਾਲ ਜੁੜੀ ਹੋਈ ਹੁੰਦੀ ਹੈ। ਮੈਂ ਆਪ ਇਸ ਚੀਜ਼ ਦੇ ਨਾਲ ਇੱਕ ਫੋਰਚੂਨੇਟ ਵੇ ਦੇ ਨਾਲ ਕਹਿ ਸਕਦੀ ਹਾਂ ਕਿ ਮੈਨੂੰ ਆਪ ਮੌਕਾ ਮਿਲਿਆ ਪਿਛਲੇ ਸਾਲ ਹਿਮਾਚਲ ਦੇ ਵਿੱਚ ਜਾ ਕੇ ਬੜੂ ਸਾਹਿਬ ਦੇ ਯੂਨੀਵਰਸਿਟੀ ਬੱਚਿਆਂ ਸਕੂਲ ਨੂੰ ਆਪ ਵੇਖਣ ਦਾ ਮੌਕਾ ਮਿਲਿਆ। ਜੈਸੀ ਮਾਨ ਜੀ, ਤੁਸੀਂ ਵੀ ਕੁਝ ਸਾਲਾਂ ਪਹਿਲੇ ਵਿਜ਼ਿਟ ਕਰਕੇ ਆਏ ਹੋ। ਵਿਊਅਰਸ ਨੂੰ ਇਸ ਐਕਸਪੀਰੀਅੰਸ ਬਾਰੇ ਦੱਸੋ, ਜੋ ਸ਼ਾਇਦ ਉਹਨਾਂ ਨੇ ਬੜੂ ਸਾਹਿਬ ਦਾ ਨਾਂ ਸੁਣਿਆ, ਉਹਨਾਂ ਨੂੰ ਹੋਰ ਕੁਝ ਜ਼ਿਆਦਾ ਨਹੀਂ ਸੰਸਥਾ ਬਾਰੇ ਪਤਾ। ਤੁਸੀਂ ਆਪ ਕੀ ਵੇਖਿਆ ਹੈ? ਮੈਂ ਜੀ ਪਹਿਲਾਂ 2009 'ਚ ਬੜੂ ਸਾਹਿਬ ਅਸੀਂ ਗਏ ਸੀ ਸਮਰ ਦੇ ਵਿੱਚ ਬੱਚਿਆਂ ਨੂੰ ਲੈ ਕੇ, ਅਤੇ ਦੈਟ ਵਾਜ਼ ਕੁਆਇਟ ਐਨ ਐਕਸਪੀਰੀਅੰਸ, ਕਿਉਂਕਿ ਉੱਥੇ ਕੈਂਪ ਲੱਗਦੇ ਆ, ਬੱਚੇ ਕਾਫੀ ਬਾਹਰੋਂ ਵੀ ਆਉਂਦੇ, ਅਮਰੀਕਾ, ਇੰਗਲੈਂਡ ਜਾਂ ਅਦਰ ਕੰਟਰੀਜ਼ ਤੋਂ। ਅਤੇ it was such a divine place to see, I mean, anywhere from, you know, interacting with the kids who are going to school and listening to them, the quality of the education. And actually it goes back to what Babaji always said, that, you know, we teach kids good values. वो कहते पढ़ता है आपे जाते हैं. If we teach them, you know, it's a value-based education is what Babaji used to call. Baki, I was very impressed with the sevadars, you know, people, this incredible, you know, little town they have built over there. In India, you know, a building banani in those days was difficult. They inane multi-story hospital, colleges, Gurdwara Sahib. Again, I'm always impressed with what they have accomplished and the people who work there, and they're totally dedicated. They have given their whole life to this cause. So then 3 years ago, university ਵੀ ਉੱਥੇ ਗਏ ਅਸੀਂ ਦਮਦਮਾ ਸਾਹਿਬ, and that's also a very special place ਜਿੱਥੇ Guru Gobind Singh Ji spent a lot of time, and so much history in that town. ਤੇ ਮੈਨੂੰ ਮੌਕਾ ਮਿਲਿਆ ਉੱਥੇ ਆਪਣੇ ਵਾਈਸ ਚਾਂਸਲਰ ਡਾਕਟਰ ਗੁਰਮੇਲ ਸਿੰਘ, ਉਹਨਾਂ ਨਾਲ ਮਿਲੇ, ਪ੍ਰੋਫੈਸਰਸ, ਸਟੂਡੈਂਟਸ ਨਾਲ ਮਿਲੇ। Again, same thing. First you go to this town, really middle of almost nowhere, but beautiful building. Again, wonderful architecture, very nice, clean place, and quality of the teachers, quality of the students, impressive all the way around. Ji, thank you Jasiman ji. You know, it's that quality ਅਤੇ ਜੋ ਐਜੂਕੇਸ਼ਨ ਦੇ ਹਾਈ ਸਟੈਂਡਰਡ ਦੀ ਅਸੀਂ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਜੋ ਸਿੱਖੀ ਦਾ ਪ੍ਰਚਾਰ ਲਗਾਤਾਰ ਹੋ ਰਿਹਾ। 70,000 ਬੱਚਾ ਸਵੇਰੇ ਉੱਠ ਕੇ ਨਿਤਨੇਮ ਦਾ ਜਾਪ ਕਰਦਾ ਹੈ, ਬਾਣੀ ਦਾ ਜਾਪ ਲਗਾਤਾਰ ਚੱਲਦਾ ਹੈ, as well as once again STEM education, science based education. ਹਰੀ ਪ੍ਰੀਤਮ ਸਿੰਘ ਜੀ, ਤੁਸੀਂ ਅਤੇ ਤੁਹਾਡੇ ਮਿਸਿਸ ਜਸਵੰਤ ਕੌਰ ਜੀ, ਤੁਸੀਂ ਆਪ ਵਿਜ਼ਿਟ ਕੀਤਾ ਹੋਇਆ ਹੈ, ਤੁਸੀਂ ਵੀ ਸੰਸਥਾ ਤੋਂ ਦਿਲੋਂ ਅਤੇ ਪੁਰਾਣੇ ਸਮੇਂ ਤੋਂ ਜੁੜੇ ਹੋਏ ਹੋ। ਪਲੀਜ਼ ਥੋੜ੍ਹਾ ਜਿਹਾ ਸਾਨੂੰ ਇਸ ਐਕਸਪੀਰੀਅੰਸ ਬਾਰੇ ਦੱਸੋ ਕਿ ਤੁਸੀਂ ਆਪ ਉੱਥੇ ਕੀ ਵੇਖਿਆ। ਪਹਿਲੇ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਾਡੀ ਜੀ ਆਇਆਂ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸ ਪੰਜਾਬੀ ਦਾ ਵੀ ਤੁਸੀਂ ਇਹ ਜਿਹੜਾ ਵੈ ਮੈਸੇਜ ਹੈਗਾ ਵੈ ਕਲਗੀਧਰ ਟਰੱਸਟ ਦਾ ਕਿ ਬੱਚਿਆਂ ਨੂੰ ਪੜ੍ਹਾਓ, ਅਤੇ ਇਹ ਜਿਹੜਾ ਵੈ ਉਹ ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀਂ। ਅਤੇ ਅਸੀਂ ਬਾਬਾ ਜੀ ਨਾਲ ਸਾਨੂੰ ਹੋ ਗਏ ਆਲਮੋਸਟ ਯੂ ਕੈਨ ਸੇ ਵੀ ਅਬਾਊਟ 2008, 2009 ਵੀ ਮੈਟ ਹਿਮ ਫॉर ਦੀ ਫਸਟ ਟਾਈਮ। ਅਤੇ ਬੜਾ ਇੰਪ੍ਰੈਸ ਹੋਇਆ ਮੈਂ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ। 2 ਘੰਟੇ ਬੈਠੇ ਰਿਚਰਡਸਨ ਗੁਰਦੁਆਰੇ 'ਚ ਗੱਲਾਂ ਕਰਦੇ ਰਹੇ ਉਹਨਾਂ ਨਾਲ ਵੀ ਹਾਊ ਹੀ ਗੋਟ ਸਟਾਰਟਡ ਐਂਡ ਆਲ ਦੈਟ। ਅਤੇ ਫਿਰ ਸਾਨੂੰ ਉਸ ਤੋਂ ਬਾਅਦ ਮੌਕਾ ਮਿਲਿਆ ਜਦੋਂ ਕਦੀ ਅਸੀਂ ਇੰਡੀਆ ਗਏ ਹਾਂ, ਅਤੇ ਆਈ ਥਿੰਕ ਇਟ ਵਾਜ਼ 2012 or 2011 ਫਸਟ ਦੈਟ ਵੀ ਵੈਂਟ ਐਂਡ ਵੀ ਜਾ ਕੇ ਬੜੂ ਸਾਹਿਬ ਗਏ ਹਾਂ, ਉੱਥੇ ਰਹੇ ਹਾਂ, ਰਾਤ ਰਹੇ ਹਾਂ ਉੱਥੇ ਜਾ ਕੇ।
ਅਸੀਂ ਬਕਾਇਦਾ ਸਾਰਾ ਪੂਰਾ ਉਹਨਾਂ ਦਾ ਫੰਕਸ਼ਨ ਦੇਖਿਆ ਕਿਵੇਂ ਬੱਚੇ ਸਟਾਰਟ ਕਰਦੇ ਆ ਸਵੇਰੇ 4 o'clock in the morning. It was a heaven. And just to let the audience know ਕਿ ਵੀ ਸਾਡਾ ਬੇਟਾ ਉੱਥੇ 6 ਹਫ਼ਤੇ ਲਾ ਕੇ ਆਇਆ ਹੋਇਆ ਤੇ ਉਦੋਂ ਡਾਕਟਰ ਦਵਿੰਦਰ ਸਿੰਘ ਉੱਥੇ ਇੰਚਾਰਜ ਸਨ ਤੇ ਹਸਪੀਟਲ ਚਲਾਉਂਦੇ ਸਨ ਤੇ ਉਹਦੀ 6 ਹਫ਼ਤਿਆਂ ਦੀ ਟ੍ਰੇਨਿੰਗ ਸੀ ਮੈਡੀਕਲ ਸਕੂਲ ਦੇ ਥਰੂ ਤੇ ਹੀ ਸਪੈਂਟ ਇਟ ਦੇਅਰ ਹੀ ਵੈਂਟ ਦੇਅਰ ਟੂ ਬੜੂ ਸਾਹਿਬ ਹਸਪੀਟਲ ਤੇ ਉਹਦਾ ਸਾਨੂੰ ਟੈਕਸਟ ਜਦੋਂ ਵਾਪਸ ਆਇਆ ਤੇ ਉਹ ਕਹਿੰਦਾ ਪਿਆ ਕਿ ਡੈਡ ਇਟਸ ਅ ਹੈਵਨ ਔਨ ਅਰਥ ਦੀ ਵੇ ਵੈਲੀ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਵਾ ਤੇ ਹੋਸਟਲ ਬਣੇ ਹੋਏ ਨੇ ਤੇ ਕਲਾਸਰੂਮ ਬਣੇ ਨੇ ਤੇ ਸਾਰਾ ਜਿਹੜਾ ਆਪਣਾ ਉਹਨਾਂ ਦਾ ਕੰਮ ਉੱਥੇ ਹੈਗਾ ਸੋਲਰ ਸਿਸਟਮ ਲੱਗਾ ਹੋਇਆ ਵਾ ਉੱਥੇ ਉਹਦੇ ਉੱਪਰ ਸਾਰਾ ਉਹਦੇ ਨਾਲ ਚੀਜ਼ਾਂ ਕੁੱਕ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਪੜ੍ਹਾਈ ਦੀ ਗੱਲ ਕਰਨੇ ਆ ਤੇ ਕਲਾਸਰੂਮਸ ਵੀ ਜਿਹੜੇ ਦੈਨ ਦਾਸ ਤੇ ਮੇਰੀ ਵਾਈਫ ਜਸਵੰਤ ਕੌਰ ਅਸੀਂ 20 ਜਨਵਰੀ 2020 ਚ ਉੱਥੇ ਗਿਆ ਸਾਂ ਅੱਛਾ ਜੀ ਤੇ ਉਦੋਂ ਅਸੀਂ ਫਿਰ ਉਹ ਬਾਬਾ ਜੀ ਜੋ ਨਾ ਬਾਬਾ ਇਕਬਾਲ ਸਿੰਘ ਜੀ ਆਪਣੇ ਮੋਹਾਲੀ ਸਨ ਤੇ we wanted to see some schools. That was our aim this time ਕਿ ਵੀ we want to see some schools, how these schools are work. ਸਾਰਾ ਸੁਣਦੇ ਸਾਂ ਪਹਿਲੇ ਸਾਰਾ ਕੋਈ ਲੋਕਾਂ ਨਾਲ ਗੱਲਬਾਤ ਕਰਦੇ ਸਾਂ ਲੇਕਿਨ we wanted to have our own experience. ਤੇ ਅਸੀਂ ਜਦੋਂ ਗਏ ਆ ਤੇ ਅਸੀਂ ਸਕੂਲ ਦੇਖਿਆ ਸੀ ਮੋਹਾਲੀ ਦੇ ਕੋਲ ਸੀ ਸਕੂਲ ਤੇ that was the first school we went there. After that we moved to the ਤਲਵੰਡੀ to see the Akal University. ਪਿੱਛੋਂ ਬਾਬਾ ਜੀ ਦਾ ਮੈਸੇਜ ਗਿਆ ਵਾਈਸ ਚਾਂਸਲਰ ਸਾਹਿਬ ਨੂੰ ਵੀ ਇਹ ਬੰਦੇ ਅਮਰੀਕਾ ਤੋਂ ਆਏ ਨੇ ਤੇ ਇਹਨਾਂ ਨੂੰ ਤੁਸੀਂ ਜਿਹੜਾ ਸ਼ਹਿਰ ਦਿਖਾ ਪਹਿਲੇ ਸਕੂਲ ਦਿਖਾਇਆ ਉਹ ਸ਼ਹਿਰ ਦੇ ਕੋਲ ਹੈ ਮੋਹਾਲੀ ਦੇ ਕੋਲ ਹੈਗਾ ਇਹਨਾਂ ਨੂੰ ਉੱਥੇ ਦਾ ਇੰਟੀਰੀਅਰ ਸਕੂਲ ਦਿਖਾਓ ਕੋਈ ਇੰਟੀਰੀਅਰ 'ਚ ਜਿਹੜਾ ਸਕੂਲ ਹੈਗਾ ਜੀ ਤਾਂ ਕਿ ਇਹਨਾਂ ਨੂੰ ਅੰਦਾਜ਼ਾ ਲੱਗੇ ਵੀ ਉੱਥੇ ਕਿਵੇਂ ਹੁੰਦਾ ਵਾ ਜੀ ਐਂਡ ਉਹ ਸਾਰੀ ਗੱਲਾਂ ਜਿਹੜੀਆਂ ਨੇ ਆਈ ਥਿੰਕ ਸ਼ੀ ਕੈਨ ਐਕਸਪਲੇਨ ਲਿਟਲ ਬਿਟ ਮੋਰ ਦੈਨ ਦੈਟ ਲੇਕਿਨ ਮੇਰੀ ਸਭ ਨੂੰ ਇਹੀ ਬੇਨਤੀ ਹੈ ਵੀ ਬੱਚਿਆਂ ਨੂੰ ਪੜ੍ਹਾਉਣਾ ਜਿਹੜਾ ਵਾ ਇਹ ਸਾਡੇ ਸਾਰਿਆਂ ਦਾ ਫਰਜ਼ ਹੈ ਅਸੀਂ ਆਪਣੇ ਬੱਚਿਆਂ ਵਾਸਤੇ ਹਜ਼ਾਰਾਂ ਤੇ ਲੱਖਾਂ ਡਾਲਰ ਖਰਚ ਕਰਨੇ ਆ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣ ਵਾਸਤੇ ਤੇ ਇਹ ਜਿਹੜੀ ਐਜੂਕੇਸ਼ਨ ਜਿਹੜੀ ਹੈ ਬੜੇ ਥੋੜੇ ਕੰਮ 'ਚ ਉੱਥੇ ਬੱਚੇ ਦੀ ਲਾਈਫ ਜਿਹੜੀ ਹੈ ਪੂਰੀ ਲਾਈਫ ਨਿਕਲ ਜਾਂਦੀ ਹੈ ਐਂਡ ਹੀ ਇਜ਼ ਗੋਇੰਗ ਟੂ ਬੀ ਅ ਬਿਗ ਇਨਵੈਸਟਮੈਂਟ ਤੇ ਅਸੀਂ ਜਿੰਨਾ ਵੀ ਵੱਧ ਚੜ ਕੇ ਹਿੱਸਾ ਪਾ ਸਕੀਏ ਉਹ ਕਹਿੰਦੇ ਨੇ ਤੁਸੀਂ ਦੀਵਾਰ ਖੜੀ ਕਰਨੀ ਹੈ ਨਾ ਤੇ ਉਹਦੇ 'ਚ ਅਗਰ ਇੱਕ ਇੱਟ ਵੀ ਲਵਾ ਦਈਏ ਆਪਣੀ ਅਸੀਂ ਤੇ ਉਹ ਵੀ ਸਾਡੇ ਲੇਖੇ ਲੱਗ ਜਾਏਗੀ ਤੇ ਉਹਦਾ ਸਾਨੂੰ ਬਾਬਾ ਜਿਹੜਾ ਵਾ ਉਹ 10 ਗੁਣਾ ਦੇਗਾ ਤੇ ਇੱਕ ਸਾਡੀ ਹੋਰ ਰਿਕੁਐਸਟ ਹੈ ਜੋ ਕਿ ਅਸੀਂ ਕੀਤਾ ਹੋਇਆ ਵਾ ਤੇ ਸੰਗਤ ਨੂੰ ਮੈਂ ਦੱਸਣਾ ਚਾਹੁੰਦਾ ਵਾਂ ਵੀ ਜੇ ਇਫ ਐਨੀਬਡੀ ਕੈਨ ਡੂ ਦੈਟ ਵੇ ਆਲਸੋ ਕਿ ਅਸੀਂ ਆਪਣੀ ਵਿਲ ਦੇ ਵਿੱਚ ਲਿਖਿਆ ਹੋਇਆ ਵਾ ਕਿ ਸਾਡੇ ਜਾਣ ਤੋਂ ਬਾਅਦ ਅਸੀਂ ਚਲੇ ਗਏ ਤੇ ਸਾਡੇ ਕੋਲ ਤੇ ਕੁਝ ਨਹੀਂ ਹੈ ਉਸ ਤੋਂ ਬਾਅਦ ਕੀ ਲੈਣਾ ਤੇ ਕੀ ਦੇਣਾ ਲੇਕਿਨ ਸਾਡੇ ਜਾਣ ਤੋਂ ਬਾਅਦ 10% ਸਾਡਾ ਜਿਹੜਾ ਉੱਥੇ ਹੋਏਗਾ ਸਾਡੇ ਆਪਣੀ ਹੋਏਗੀ ਪਰਸਨਲ ਜਿਹੜੀ ਹੈ ਉਹਦਾ ਜਿਹੜਾ ਵਾ ਉਹ ਬੜੂ ਸਾਹਿਬ ਅਕੈਡਮੀ ਜਾਏਗਾ Wow, talk about long-term vision. ਜਸਵੰਤ ਜੀ ਪਲੀਜ਼ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਰੂਰਲ ਏਰੀਆਜ਼ ਦੇ ਵਿੱਚ ਜੋ ਅਕੈਡਮੀਜ਼ ਜੋ ਸਕੂਲਸ ਖੋਲ੍ਹੇ ਤੁਸੀਂ ਆਪ ਵੇਖਿਆ ਇਹਦੇ ਬਾਰੇ ਪਲੀਜ਼ ਦੱਸੋ ਸੋ ਅਸੀਂ ਕਹਾਵਤ ਹੈ ਜੰਗਲ ਵਿੱਚ ਮੰਗਲ So we literally saw that there when we went to the academy. ਬਿਲਕੁਲ ਜਿੱਥੇ ਆਸ-ਪਾਸ ਕੁਝ ਵੀ opportunity ਨਹੀਂ ਸੀ ਬੱਚਿਆਂ ਲਈ ਕੁਝ ਪੜ੍ਹਾਈ ਦਾ ਸਾਧਨ ਨਹੀਂ ਹੈਗਾ ਸੀ ਉੱਥੇ ਵਰਲਡ ਕਲਾਸ ਸਕੂਲ ਬਣਿਆ ਹੋਇਆ ਹੈ ਉੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਜਿਹੜੇ ਬੱਚੇ IAS 'ਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਅਲੱਗ ਕਲਾਸਿਸ ਤੋਂ ਬਾਅਦ ਉਹਨਾਂ ਨੂੰ ਕਲਾਸਿਸ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ ਜੋ ਵੀ ਉਹਨਾਂ ਦਾ ਏਮ ਹੈ ਅਗਰ ਦੇ ਵਾਂਟ ਟੂ ਬੀ CPA ਔਰ ਦੇ ਵਾਂਟ ਟੂ ਬੀ PCS 'ਚ ਜਾਣਾ ਚਾਹੁੰਦੇ ਨੇ ਜਿੱਧਰ ਵੀ ਉਹਨਾਂ ਦਾ ਇੰਟਰਸਟ ਹੈ ਉਹਨਾਂ ਨੂੰ ਉਸ ਦੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਇਨ ਐਡੀਸ਼ਨ ਟੂ ਦੇਅਰ ਰੈਗੂਲਰ ਐਜੂਕੇਸ਼ਨ ਦੂਸਰੀ ਜਿਹੜੀ ਵੀ ਸੌ ਦ ਪ੍ਰੈਕਟੀਕਲ ਵੈਲਿਊ ਬੇਸਡ ਐਜੂਕੇਸ਼ਨ ਦਾ ਮਤਲਬ ਕੀ ਹੈ ਅਸੀਂ ਗਏ ਉੱਥੇ ਤੇ ਸਾਡੇ ਜਾਂਦੇ ਦੇ ਬੱਚੇ ਡਿਡਨਟ ਨੋ ਅਸ ਇੱਕ ਬੱਚਾ ਪਾਸ ਕਰ ਰਿਹਾ ਸੀ ਹੀ ਟੱਚਡ ਆਵਰ ਫੀਟ that's called value based education ਉਹਨੂੰ ਕਿਸੇ ਨੇ ਕਿਹਾ ਨਹੀਂ ਕਿ ਮਹਿਮਾਨ ਆਏ ਨੇ ਤੁਸੀਂ ਜਾ ਕੇ ਉਹਦੇ ਪੈਰ ਛੂਓ ਯੂਜੂਅਲੀ ਘਰ ਸਾਡੇ ਕੋਈ ਆਂਦਾ ਸੀ ਕਿ ਪੈਰ ਛੂਓ ਯੂ ਨੋ they knew ਕਿ ਬਜ਼ੁਰਗ ਨੇ ਇਹਨਾਂ ਦੇ ਪੈਰ ਛੂਣੇ ਨੇ that's practical value based education that's what we are teaching and I feel we will not be around this is my conviction that 100 years from now Punjab will have the glory that we had when Maharaja Ranjit Singh was alive that's what we are giving today to the children so I like him I'm appealing ke please ਤੁਸੀਂ ਜਿੰਨਾ ਵੀ ਹੈਲਪ ਕਰ ਸਕਦੇ ਹੋ ਜਿੰਨਾ ਵੀ ਸਪੋਰਟ ਕਰ ਸਕਦੇ ਹੋ
ਇਹਨਾਂ ਨੂੰ ਕਰੋ, ਇਹਨਾਂ ਬੱਚਿਆਂ ਨੂੰ ਕਰੋ, ਇਹਨਾਂ ਨੂੰ ਬੱਚਿਆਂ ਨੂੰ ਐਜੂਕੇਸ਼ਨ ਦਿਓ, ਸੋ ਵੀ ਕੈਨ ਸੀ ਆਵਰ ਪੰਜਾਬ ਫਲਰਿਸ਼ ਲਾਈਕ ਇਟ ਯੂਜ਼ਡ ਟੂ ਬੀ ਬਿਫੋਰ। ਜਸਵੰਤ ਕੌਰ ਜੀ, ਲੌਂਗ ਟਰਮ ਇਨਵੈਸਟਮੈਂਟ ਦੀ ਬਾਰ-ਬਾਰ ਗੱਲ ਆ ਰਹੀ ਹੈ, ਤੁਸੀਂ ਇੱਕ ਇਹੋ ਜਿਹਾ ਵਿਜ਼ਨ ਸਾਡੇ ਵਿਊਅਰਸ ਲਈ ਇੱਕ ਪਿਕਚਰ ਪੇਂਟ ਕੀਤੀ ਕਿ ਇਹ ਜੋ ਲੌਂਗ ਟਰਮ ਇਨਵੈਸਟਮੈਂਟ ਹੈ ਇਹ ਅੱਜ ਦੀ ਨਹੀਂ, ਕੱਲ੍ਹ ਦੀ ਨਹੀਂ, 10-20 ਸਾਲਾਂ ਵੀ ਛੱਡ ਦਿਓ, 100 ਸਾਲਾਂ ਬਾਅਦ ਪੰਜਾਬ ਕਿੱਥੇ ਹੋਏਗਾ। ਜੋ ਤੁਹਾਡੀ ਇਹ ਆਸ ਹੈ, ਉਸ ਆਸ ਉੱਤੇ, ਉਸ ਆਸ ਨੂੰ ਲੈ ਕੇ ਇਹ ਸੰਸਥਾ ਕੰਮ ਕਰ ਰਹੀ ਹੈ ਤਾਂ ਕਿ 20 ਸਾਲਾਂ ਬਾਅਦ, 50-100 ਸਾਲਾਂ ਬਾਅਦ ਪੰਜਾਬ ਇੱਕ ਉਸ ਗਲੋਰੀਅਸ ਮੁਕਾਮ 'ਤੇ ਹੋਏ ਕਿ ਦੁਨੀਆ ਭਰ ਦੇ ਵਿੱਚ ਸਾਡੇ ਕੌਮ ਦਾ, ਸਾਡੇ ਵਿਰਾਸਤ ਦਾ ਨਾਂ ਹੋਏ। ਇਸ ਵਿਰਾਸਤ ਨੂੰ ਸਾਂਭਣ ਲਈ ਬੜੂ ਸਾਹਿਬ ਕਲਗੀਧਰ ਟਰੱਸਟ ਜੋ ਸੇਵਾ ਕਰ ਰਹੀ ਹੈ, ਉਹਦੇ ਵਿੱਚ ਤੁਸੀਂ ਵੀ ਹਿੱਸਾ ਜ਼ਰੂਰ ਪਾਵੋ। ਇਹ ਸਾਡੇ ਸਾਰਿਆਂ ਦਾ ਸਾਂਝਾ ਕੌਜ਼ ਹੈ। ਸਕਰੀਨ ਤੇ ਲਿਖੇ ਹੋਏ ਨੰਬਰਸ ਨੂੰ ਇੱਕ ਵਾਰੀ ਫਿਰ ਜ਼ਰੂਰ ਨੋਟ ਕਰ ਲਓ। ਇਸ ਕੌਜ਼ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਜੁੜ ਸਕਦੇ ਹੋ, ਕਿਸ ਤਰ੍ਹਾਂ ਯੂਥ ਜੁੜ ਰਹੀ ਹੈ, ਇਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਇੱਕ ਸਪੈਸ਼ਲ ਟੈਲੀਕਾਸਟ ਇਸ ਨੇਸ਼ਨ ਵਾਈਡ ਟੂਰ ਤੇ ਜੋ ਕਿ ਬੜੂ ਸਾਹਿਬ ਕਲਗੀਧਰ ਟਰੱਸਟ ਦੇ ਸੇਵਾਦਾਰਾਂ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਹੁੰਚ ਰਹੇ ਹਾਂ। ਅਸੀਂ ਤੁਹਾਨੂੰ ਇਹਦੀ ਇੱਕ ਝਲਕ ਦਿਖਾ ਰਹੇ ਹਾਂ, ਬਟ ਗੱਲ ਤਾਂ ਉਸ ਵੱਡੇ ਮਿਸ਼ਨ ਦੀ ਹੈਗੀ। ਯੂਥ ਦੀ ਅਕਸਰ ਅਸੀਂ ਗੱਲ ਕਰਦੇ ਹਾਂ, ਦਿਲ ਦੁਖਦਾ ਜਦੋਂ ਅਸੀਂ ਪੰਜਾਬ ਦੀ ਯੂਥ ਬਾਰੇ ਸੋਚਦੇ ਹਾਂ। ਕੀ ਫਿਊਚਰ ਉਹਨਾਂ ਦਾ ਰਹਿ ਗਿਆ, ਕੀ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ। ਬਟ ਦੂਜੇ ਪਾਸੇ ਖੁਸ਼ੀ ਵੀ ਹੁੰਦੀ ਹੈ, ਖਾਸ ਕਰਕੇ ਸਾਨੂੰ ਇਹ ਵੇਖ ਕੇ ਕਿ ਇਹੋ ਜਿਹੇ ਕਾਰਜ ਦੇ ਨਾਲ, ਇਸ ਸੰਸਥਾ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਬੈਠੀ ਹੋਈ ਯੂਥ ਕਿਸ ਤਰ੍ਹਾਂ ਜੁੜ ਰਹੀ ਹੈ, ਕਿਸ ਤਰ੍ਹਾਂ ਉਹ ਇੱਕ ਜ਼ਿੰਮੇਵਾਰੀ ਮੰਨ ਕੇ ਇਸ ਕੌਜ਼ ਨੂੰ ਸਪੋਰਟ ਕਰ ਰਹੇ ਹੈ। ਸੋ ਹੁਣ ਸਾਡੇ ਨਾਲ ਜੁੜੇ ਹਨ ਇੰਦਰਜੀਤ ਸਿੰਘ ਜੀ। ਇੰਦਰਜੀਤ ਸਿੰਘ ਜੀ, ਸਭ ਤੋਂ ਪਹਿਲੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਯੂਥ ਪਰਸਪੈਕਟਿਵ ਤੋਂ ਤੁਸੀਂ ਆਪ ਰੀਸੈਂਟਲੀ ਵਿਜ਼ਿਟ ਕਰਕੇ ਆਏ ਹੋ ਸੰਸਥਾ ਨੂੰ, ਤੁਸੀਂ ਕੀ ਕਹਿਣਾ ਚਾਹੋਗੇ ਆਪ ਦੇ ਐਕਸਪੀਰੀਅੰਸ ਬਾਰੇ, ਐਂਡ ਕਿਉਂ ਹੋਰ ਜੋ ਸਾਡੀ ਯੰਗਰ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਸ ਕੌਜ਼ ਨੂੰ ਸਪੋਰਟ ਕਰਨਾ ਚਾਹੀਦਾ ਹੈ? ਜੀ ਪਹਿਲਾਂ ਤਾਂ ਬਹੁਤ ਥੈਂਕ ਯੂ ਜਸ ਪੰਜਾਬੀ ਦਾ, ਤੇ ਮੈਨੂੰ ਓਪਰਚੁਨਿਟੀ ਮਿਲੀ ਅਕਾਲ ਯੂਨੀਵਰਸਿਟੀ ਵਿਜ਼ਿਟ ਕਰਨ ਦੀ। ਪਰ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਕਿ ਮੈਂ ਵੀ ਇੱਕ ਰੂਰਲ ਬੈਕਗਰਾਊਂਡ ਤੋਂ ਆਇਆ, ਹੰਬਲ ਜੀ ਬੈਕਗਰਾਊਂਡ ਤੋਂ, ਤੇ ਐਜੂਕੇਸ਼ਨ ਇੰਡੀਆ ਦੀ ਐਜੂਕੇਸ਼ਨ ਵੀ ਦੇਖੀ ਤੇ ਇੱਧਰ ਆ ਕੇ ਵੀ ਪੜ੍ਹਾਈ ਪੂਰੀ ਕੀਤੀ। ਤੇ ਮੇਰੇ ਗ੍ਰੈਂਡਮਦਰ ਕਹਿੰਦੇ ਹੁੰਦੇ ਸੀ ਕਿ ਇਹ ਨੌਲੇਜ ਇੱਦਾਂ ਦੀ ਚੀਜ਼ ਹੈ ਕਿ ਤੁਹਾਤੋਂ ਕੋਈ ਖੋ ਨਹੀਂ ਸਕਦਾ। ਤੁਹਾਡੀ ਵੈਲਥ ਜਾਂ ਹੋਰ ਦੁਨਿਆਵੀ ਚੀਜ਼ਾਂ ਨੇ ਉਹ ਜਾ ਸਕਦੀਆਂ, ਪਰ ਐਜੂਕੇਸ਼ਨ ਨਹੀਂ ਜਾ ਸਕਦੀ। ਤੇ ਉਸ 'ਤੇ ਮੈਂ ਕਾਫੀ ਬਿਲੀਵ ਕਰਦਾ, ਤੇ ਉਸ 'ਤੇ ਕਰਕੇ ਮੇਰਾ ਹਮੇਸ਼ਾ ਤੋਂ ਰਿਹਾ ਕਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਨਾਲ ਸੇਵਾ ਵਿੱਚ ਹਿੱਸਾ ਪਾਇਆ ਜਾਵੇ। ਜਦੋਂ ਅਕਾਲ ਯੂਨੀਵਰਸਿਟੀ ਵਿਜ਼ਿਟ ਕਰਨ ਦਾ ਐਕਚੁਅਲੀ ਲਾਸਟ ਮੰਥ ਮੌਕਾ ਮਿਲਿਆ, ਤੇ ਬਹੁਤ ਵਧੀਆ ਲੱਗਿਆ ਕਿ ਪੰਜਾਬ ਵਿੱਚ ਯੂਨੀਵਰਸਿਟੀ ਜੋ ਐਜੂਕੇਸ਼ਨ ਜਿੱਦਾਂ ਬੜੂ ਸਾਹਿਬ ਸੰਸਥਾ ਕੰਮ ਕਰ ਰਹੀ ਹੈ, ਤੇ ਬੱਚਿਆਂ ਦੇ ਵਿੱਚ ਬਹੁਤ ਹੀ ਐਂਥੂਜ਼ੀਆਜ਼ਮ ਸੀ। ਤੇ ਆਈ ਰੀਅਲੀ ਲਾਈਕ ਦੈਟ ਬਿਕੋਜ਼ ਆਈ ਹੈਵ ਸੀਨ ਦੀ ਇੰਸਟੀਟਿਊਸ਼ਨਸ। ਮੇਰੇ ਛੋਟੀਆਂ ਬੇਟੀਆਂ ਨੇ, ਉਹ ਐਲੀਮੈਂਟਰੀ ਸਕੂਲ ਇੱਥੇ ਪੜ੍ਹਦੀਆਂ ਨੇ, ਤੇ ਇੱਥੇ ਦਾ ਐਜੂਕੇਸ਼ਨ ਸਿਸਟਮ ਦੇਖਦੇ ਆ, ਇੱਥੇ ਦੀ ਯੂਨੀਵਰਸਿਟੀਜ਼ ਦੇਖਦੇ ਆ, ਜਾਂ ਆਪਣੀ ਜੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇਖਦੇ ਜਿੱਦਾਂ ਉਹ ਰਨ ਕਰ ਰਹੇ ਨੇ। ਤੇ ਸਿਮਿਲਰਲੀ ਮੈਨੂੰ ਬਹੁਤ ਸਿਮਿਲੈਰਿਟੀਜ਼ ਦਿਖੀਆਂ ਬੜੂ ਸਾਹਿਬ ਦੇ ਵਿੱਚ, ਤੇ ਬਹੁਤ ਵਧੀਆ ਲੱਗਿਆ ਜੀ। ਥੈਂਕ ਯੂ ਸੋ ਮਚ ਇੰਦਰਜੀਤ ਸਿੰਘ ਜੀ। ਰੀਪੂ ਦਮਨ ਸਿੰਘ ਜੀ, ਤੁਸੀਂ ਵੀ ਇੱਥੇ ਦੀ ਸੰਗਤ ਵੱਲੋਂ ਸੰਸਥਾ ਦੇ ਨਾਲ ਜੁੜੇ ਹੋਏ ਹੋ, ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਤੇ ਕਿਸ ਤਰ੍ਹਾਂ ਤੁਸੀਂ ਹੋਰ ਸਾਡੇ ਜੋ ਦਰਸ਼ਕ ਵੇਖ ਰਹੇ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਤਾਂ ਕਿ ਉਹ ਵੀ ਇਸ ਕੌਜ਼ ਦੇ ਨਾਲ ਜੁੜਨ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਛ ਚਿਰ ਪਹਿਲਾਂ ਬਾਬਾ ਇਕਬਾਲ ਸਿੰਘ ਜੀ ਇੱਥੇ ਆਏ ਸਨ, ਤੇ ਉਹਨਾਂ ਨੂੰ ਮੈਂ ਸੁਣਿਆ ਤੇ ਕਾਫੀ ਪ੍ਰਭਾਵਿਤ ਹੋਇਆ। ਸੋ ਉਸ ਕਰਕੇ ਫਿਰ ਇਸ ਪਾਸੇ ਥੋੜ੍ਹਾ ਜਿਹਾ ਸੇਵਾ ਦਾ ਮੌਕਾ ਮਿਲਿਆ। ਤੇ ਐਕਚੁਅਲੀ ਜਦ ਮੈਂ ਛੋਟਾ ਸੀ ਮੈਂ ਵੀ ਇੱਕ ਸਿੱਖ ਸਕੂਲ ਵਿੱਚ ਜਾਂਦਾ ਸੀ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਿੱਲੀ 'ਚ। ਤੇ ਮੈਂ ਆਪਣੇ ਦੇਰਫੋਰ ਅਨੁਭਵ ਕੀਤਾ ਹੈ ਕਿ ਅਗਰ ਸਿੱਖੀ ਪ੍ਰਿੰਸੀਪਲਸ 'ਤੇ ਅਗਰ ਸਕੂਲ ਹੋਏ ਦੈਨ ਫਾਊਂਡੇਸ਼ਨ ਜਿਹੜੀ ਹੁੰਦੀ ਹੈ ਯੂਥ ਦੀ ਉਹ ਕਾਫੀ ਸਟਰੋਂਗ ਹੁੰਦੀ ਹੈ। ਤੇ ਇਸ ਕਰਕੇ ਆਈ ਥਿੰਕ ਸੋ ਜਿਹੜਾ ਉਪਰਾਲਾ ਬਾਬਾ ਜੀ ਕਰ ਰਹੇ ਨੇ ਉਹ ਬਹੁਤ ਵਧੀਆ ਉਪਰਾਲਾ ਹੈ। ਮੈਂ ਆਲਸੋ ਇਹ ਵੀ ਕਹਾਂਗਾ ਕਿ ਆਫ ਕੋਰਸ ਮਨੀ ਦਾ ਜਿਹੜਾ ਦਾਨ ਹੈ ਉਹ ਤਾਂ ਬਹੁਤ ਜ਼ਰੂਰੀ ਹੈ ਆਫ ਕੋਰਸ, ਬਟ ਆਲਸੋ ਟਾਈਮ ਤੇ ਵੋਲੰਟੀਅਰ
ਅਗਰ ਕੋਈ ਯੂਥ ਕਰ ਸਕੇ ਤਾਂ ਉਹ ਵੀ ਬਹੁਤ ਵਧੀਆ। ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਮੈਂ ਇਨਕਰੇਜ ਕਰਦਾ ਕਿ ਅਗਰ ਹੋ ਸਕੇ ਤਾਂ ਜ਼ਰੂਰ ਜਾ ਕੇ ਸੇਵਾ ਕਰੋ ਤੇ ਲੌਂਗ ਟਰਮ, not just 1-2 ਹਫ਼ਤੇ ਬਟ ਲੌਂਗ ਟਰਮ ਸੇਵਾ ਕਰ ਆਓ। ਸੋ ਉਹੀ ਮੈਂ ਅਪੀਲ ਕਰਾਂਗਾ ਕਿ ਜਿਸ ਜੋ ਵੀ ਸਬਬ ਹੋ ਸਕੇ, ਜਿਸ ਤਰੀਕੇ ਨਾਲ ਹੋ ਸਕੇ, ਸੰਗਤ ਆ ਕੇ ਸੇਵਾ ਵਿੱਚ ਹਿੱਸਾ ਪਾਉਣ। ਬਿਲਕੁਲ। ਰਿਪੁਦਮਨ ਸਿੰਘ ਜੀ, ਤੁਸੀਂ ਇਸ ਸੇਵਾ ਦੀ ਗੱਲ ਕਰ ਰਹੇ ਹੋ, ਇੱਥੇ ਮੈਂ ਆਪ ਮੈਂਸ਼ਨ ਕਰਨਾ ਚਾਹਾਂਗੀ, ਲੋਕਾਂ ਨੂੰ ਇਹ ਚੀਜ਼ ਦਾ ਜ਼ਿਆਦਾ ਸ਼ਾਇਦ ਜਾਣਕਾਰੀ ਨਹੀਂ ਹੁੰਦੀ ਜਾਂ ਇਟ ਡਜ਼ਨਟ ਕਮ ਅਕ੍ਰੋਸ ਕਿ ਜਦੋਂ ਅਸੀਂ ਇਸ ਸੰਸਥਾ ਦੀ ਸੇਵਾ ਦੀ ਗੱਲ ਕਰਦੇ ਹਾਂ, ਜ਼ਿਆਦਾਤਰ ਪਿੰਡਾਂ ਦੇ ਵਿੱਚ ਅਕੈਡਮੀਆਂ ਬਣਾਉਣ ਦੀ ਉਹ ਚੀਜ਼ ਦਾ ਜ਼ਿਕਰ ਬਾਰ-ਬਾਰ ਹੁੰਦਾ ਬਿਕਾਜ਼ ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਪਰ ਉਸ ਤੋਂ ਇਲਾਵਾ ਅਸੀਂ ਪਿਛਲੇ ਕੁਝ ਪ੍ਰੋਗਰਾਮਸ ਦੇ ਵਿੱਚ ਵੀ ਜ਼ਿਕਰ ਕੀਤਾ ਹੈ, ਬੱਚਿਆਂ ਨੂੰ, ਕੌਮ ਦੇ ਬੱਚਿਆਂ ਨੂੰ ਜੋ ਕਿ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਾਈ ਲਿਖਾਈ ਕਰ ਰਹੇ, ਜਿਨ੍ਹਾਂ ਨੂੰ ਸ਼ਾਇਦ ਸਿੱਖੀ ਦੇ ਨਾਲ ਉਹ ਉਹਨਾਂ ਦਾ ਜੋੜ ਨਹੀਂ ਰਿਹਾ ਜਾਂ ਨਹੀਂ ਮਿਲਦਾ, ਉਹਨਾਂ ਨੂੰ ਵੀ ਇਹ ਸੰਸਥਾ ਜੋੜ ਰਹੀ ਹੈ ਟੈਕਨੋਲੋਜੀ ਰਾਹੀਂ, ਆਨਲਾਈਨ ਕਲਾਸਿਸ ਰਾਹੀਂ। ਅਸੀਂ ਵਿਊਅਰਸ ਨੂੰ ਲਾਸਟ ਟਾਈਮ ਵੀ ਦੱਸਿਆ ਸੀ ਕਿ ਕਿਸ ਤਰ੍ਹਾਂ ਆਨਲਾਈਨ ਕਲਾਸਿਸ ਰਾਹੀਂ, ਖਾਸ ਕਰਕੇ ਕੋਵਿਡ ਦੇ ਟਾਈਮ ਦੇ ਵਿੱਚ ਸੰਸਥਾ ਨੇ ਪੰਜਾਬੀ ਤੇ ਸਿੱਖ ਕਲਾਸਿਸ ਕੰਡਕਟ ਕੀਤੀਆਂ ਤੇ ਜੋ ਕੈਂਪਸ ਹੁੰਦੇ ਆ ਸਮਰ ਦੇ ਵਿੱਚ, ਜੈਸੀ ਮਾਨ ਜੀ ਤੁਸੀਂ ਵੀ ਵੇਖਿਆ, ਉਨ ਕੈਂਪਸ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਬੱਚੇ ਆਉਂਦੇ ਆ। ਸੋ ਇਹੋ ਜਿਹੇ ਵੱਖ ਸੇਵਾਵਾਂ ਨੂੰ ਸਪੋਰਟ ਕਰਨ ਲਈ ਕੋਈ ਸਰਕਾਰ ਵੱਲੋਂ ਫੰਡਿੰਗ ਨਹੀਂ ਮਿਲਦੀ, ਕੋਈ ਪੁਰਾਣੀ ਇੱਕ ਲੈਗੇਸੀ ਟਰਸਟ ਨਹੀਂ ਚੱਲਦਾ ਆ ਰਿਹਾ। ਇਹ ਸੰਗਤਾਂ ਦੇ ਸਪੋਰਟ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਹਨ। ਹਾਲੇ ਤੱਕ ਕੰਮ ਸ਼ੁਰੂ ਹੋਇਆ ਹੈ। ਇੱਕ ਇਨਫਰਾਸਟ੍ਰਕਚਰ ਨੂੰ ਬਣਾਉਣ ਦੀ ਜੋ ਸਭ ਤੋਂ ਔਖੀ ਉਹ ਤੁਸੀਂ ਕਹਿ ਲਓ ਉਹ ਆਬਸਟੀਕਲ ਸੀਗਾ, ਉਹ ਤਾਂ ਪੂਰਾ ਹੋ ਗਿਆ। ਹੁਣ ਇਸ ਸੇਵਾ ਨੂੰ ਕਿਸ ਤਰ੍ਹਾਂ ਅਸੀਂ ਅੱਗੇ ਵਧਾ ਸਕਦੇ ਹਾਂ? ਬਾਬਾ ਜੀ, ਡਾਕਟਰ ਦਵਿੰਦਰ ਸਿੰਘ ਜੀ, ਤੁਸੀਂ ਲਗਾਤਾਰ ਇਸ ਮਿਸ਼ਨ, ਇਸ ਟੂਰ ਤੇ ਕਹਿ ਰਹੇ ਹੋ ਕਿ ਹੁਣ ਸਕੂਲਸ ਨੂੰ ਅਕ੍ਰੈਡਿਟ ਕਰਾਉਣ ਦਾ ਇੱਕ ਵੱਡਾ ਗੋਲ ਅਸੀਂ ਲੈ ਕੇ ਆਏ ਹਾਂ। ਬਾਬਾ ਜੀ, ਬ੍ਰੇਕ ਤੋਂ ਪਹਿਲੇ ਮੈਂ ਚਾਹਾਂਗੀ ਕੁਝ ਲਫ਼ਜ਼ਾਂ ਦੇ ਵਿੱਚ ਤੁਸੀਂ ਇਸ ਗੋਲ ਦੇ ਬਾਰੇ ਸਾਨੂੰ ਫਿਰ ਦੱਸੋ। ਸਕੂਲਸ ਕਿੱਥੇ ਤੱਕ ਪਹੁੰਚ ਗਏ ਹੈ, ਉਹਨਾਂ ਨੂੰ ਅਸੀਂ ਕਿੱਥੇ ਲੈ ਕੇ ਜਾਣਾ ਹੈ ਤੇ ਕਿਸ ਤਰ੍ਹਾਂ ਸੰਗਤਾਂ ਦੀ ਸਪੋਰਟ ਦੀ ਐਕਸਟ੍ਰੀਮ ਲੋੜ ਹੈਗੀ ਇਸ ਵੇਲੇ? ਬਿਫੋਰ ਆਈ ਕਮ ਟੂ ਦੈਟ ਕੁਐਸਚਨ, ਜੋ ਹੁਣੇ ਰਿਪੁਦਮਨ ਸਿੰਘ ਜੀ ਨੇ ਸੇਵਾ ਦਾ ਕਨਸੈਪਟ ਦੱਸਿਆ ਸੀ ਕਿ ਸਾਨੂੰ ਟਾਈਮ ਵੀ ਦੇਣਾ ਚਾਹੀਦਾ, ਉਸ ਵਾਸਤੇ ਮੈਂ ਤੁਹਾਨੂੰ ਕੁਝ ਸ਼ੇਅਰ ਕਰਾਂਗਾ ਐਕਸਪੀਰੀਐਂਸਿਸ। ਸਾਡੇ ਕਮਿਊਨਿਟੀ ਦੇ ਲੋਕ ਵੀ ਆ ਕੇ ਟਾਈਮ ਲਗਾਉਂਦੇ ਹਨ ਜ਼ਰੂਰ, ਪਰ 2 ਇੰਸਟੈਂਸਿਸ ਜੋ ਸਾਡੇ ਵਾਸਤੇ ਬਹੁਤ ਹੀ ਯੂਨੀਕ ਰਹੇ ਹਨ। ਇੱਕ ਡਰੈਕਸਲ ਯੂਨੀਵਰਸਿਟੀ ਇੱਥੇ ਹੈ, ਉਹਨਾਂ ਦੇ ਜੋ ਨਰਸਿੰਗ ਫੈਕਲਟੀ ਹੈ ਉਹ ਸਾਡੇ ਨਰਸਿੰਗ ਕਾਲਜ ਨਾਲ ਕੋਲੈਬੋਰੇਟ ਕਰਕੇ ਆਨਲਾਈਨ ਕਲਾਸਿਸ ਵੀ ਇੱਥੋਂ ਲੈਂਦੇ ਹਨ ਸਾਡੇ ਬੱਚਿਆਂ ਦੀਆਂ, ਔਰ ਸਾਲ ਵਿੱਚ 2 ਵਾਰੀ 10-10 ਦਿਨ ਦੇ ਟ੍ਰਿਪ ਆਪਣੇ ਖਰਚੇ ਤੇ ਆ ਕੇ ਉੱਥੇ ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਐਂਡ ਦਿਸ ਇਜ਼ ਬੀਨ ਗੋਇੰਗ ਔਨ ਫॉर ਆਲਮੋਸਟ ਅ ਡਿਕੇਡ। ਠੀਕ ਹੈ ਜੀ, ਇੱਕ ਤੇ ਇਹ ਇੰਸਟੈਂਸ ਹੈਗਾ। ਦੂਸਰਾ, ਜੋ ਦਾਸ ਨੂੰ ਯਾਦ ਹੈ, ਹੁਣ ਇਸ ਟਾਈਮ ਉਹ ਬੱਚੀ PhD ਕਰ ਰਹੀ ਹੈ ਕੋਲੰਬੀਆ ਵਿੱਚ, ਜਲਨਿਧ। ਉਹ ਆਫਟਰ ਸ਼ੀ ਫਿਨਿਸ਼ਡ ਹਰ ਆਕਸਫੋਰਡ ਸਟਿੰਟ ਐਜ਼ ਅ ਰੋਡ ਸਕਾਲਰ, ਤੇ ਫਿਰ ਉਹ ਸ਼ੀ ਵਾਂਟਡ ਟੂ ਵਰਕ ਐਟ ਦ ਗ੍ਰਾਸਰੂਟ ਲੈਵਲ ਫॉर ਸਮ ਟਾਈਮ, ਤੇ ਅਸੀਂ ਉਸ ਨੂੰ ਬੜੂ ਸਾਹਿਬ ਬੁਲਾ ਲਿਆ। ਉਸਨੇ ਛੋਟੇ ਬੱਚਿਆਂ ਨੂੰ ਇਕਨੋਮਿਕਸ ਪੜ੍ਹਾਈ, ਤੇ ਜਦ ਮੈਂ ਉਹ ਆਈ ਸੀ ਮੈਂ ਉਸਨੂੰ ਪੁੱਛਿਆ ਵੀ ਤੇਰਾ ਕੀ ਫਿਊਚਰ ਏਮ ਕੀ ਹੈ, ਤੇ ਉਹ ਕਹਿੰਦੀ ਸੀ ਮੈਂ PhD ਕਰਕੇ USA ਕਿਸੇ ਯੂਨੀਵਰਸਿਟੀ ਤੋਂ, ਤੇ ਉਸ ਤੋਂ ਬਾਅਦ ਮੈਂ ਇੰਟਰਨੈਸ਼ਨਲ ਕਿਸੇ ਬੋਡੀ ਨੂੰ, ਚਾਹੇ UNO ਵਿੱਚ ਜਾਂ ਕੋਈ IMF ਕਿਧਰੇ, ਆਪਣਾ ਆਈ ਵੁੱਡ ਲਾਈਕ ਟੂ ਐਸਟੈਬਲਿਸ਼ ਅ ਕੈਰੀਅਰ ਦੇਅਰ। ਪਰ ਜਦ ਉਸਨੇ 6 ਮਹੀਨੇ ਸੇਵਾ ਕੀਤੀ ਬੜੂ ਸਾਹਿਬ ਵਿੱਚ ਅਕਾਲ ਅਕੈਡਮੀ 'ਚ ਆ ਕੇ, then she decided that the greatest contribution will be in the field of education. So she changed her point of view. Instead of going to policy on international affairs, उसने जो हुन PhD कर रही है वो एजुकेशन विच कर रही है, and she has decided कि मैं हुन पूरी उम्र एजुकेशन विच ही काम करना है। This is just by the way, इन्होंने गल कीती सी सेवा दी। सो असी सोलिसिट कर रहे हैं सारे वॉलंटियर जितने भी इत्थे दास सुन रहे हैं लोग देश विदेश विच कि बई आके असी कंट्रीब्यूट करिए, जिन्ना भी समा असी कर सकते हैं। 1 घंटा हफ्ते में 1 घंटा, 1 महीना। ਹੁਣ ਇਹਨਾਂ ਦਾ ਬੱਚਾ ਹੀ ਹੈ ਜੋ ਸਹਿਜ ਸਿੰਘ ਰੁਪਿੰਦਰ ਜੀ ਦਾ, ਉਹ ਕਹਿੰਦਾ ਮੈਂ ਆਫਟਰ ਕੰਪਲੀਟਿੰਗ ਮਾਈ ਗ੍ਰੈਜੂਏਸ਼ਨ ਫਰੋਮ ਹਾਰਵਰਡ ਆਈ ਵੁੱਡ ਲਾਈਕ ਟੂ ਸਪੈਂਡ 2 years ਦੇਅਰ ਵਿਦ ਦ ਟਰਸਟ। ਸੋ ਇਸ ਤਰ੍ਹਾਂ ਜੇ ਸਾਨੂੰ ਹੋਰ ਲੋਕ ਵੀ ਜੁਆਇਨ ਕਰਨਗੇ ਤੇ ਅਸੀਂ ਗ੍ਰਾਸ ਰੂਟਸ ਲੈਵਲ ਤੇ ਕੀ ਸਮੱਸਿਆਵਾਂ ਹਨ
ਡਿਵੈਲਪਿੰਗ ਵਰਲਡ ਦੀਆਂ ਉਸ ਨਾਲ ਐਕੁਇੰਟ ਕਰ ਲਵਾਂਗੇ ਤੇ ਜੋ ਸਾਡਾ ਐਕਸਪੀਰੀਅੰਸ ਹੋਏਗਾ ਇਹ ਗ੍ਰਾਸਰੂਟ ਲੈਵਲ ਦਾ ਬਹੁਤ ਹੀ ਇਨਵੈਲੂਏਬਲ ਐਕਸਪੀਰੀਅੰਸ ਹੋਏਗਾ ਐਂਡ ਦਿਸ ਵਿਲ ਗਿਵ ਅ ਕੰਪਲੀਟ ਡਾਇਰੈਕਸ਼ਨ ਟੂ ਆਵਰ ਲਾਈਵਸ ਕਿ ਸਾਡਾ ਲਾਈਫ ਦਾ ਆਬਜੈਕਟਿਵ ਹੀ ਬਦਲ ਜਾਏਗਾ। ਹੁਣ ਅਸੀਂ ਆਪਣੀ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਇਸ ਉਮਰ ਵਿੱਚ ਜਿਸ ਉਮਰ ਵਿੱਚ ਸਹਿਜ ਹੈ ਬਟ ਵਨਸ ਵੀ ਸੀ ਦ ਪ੍ਰੋਬਲਮਸ ਆਫ ਦ ਵਰਲਡ ਇਜ਼ ਫੇਸਿੰਗ ਸ਼ਾਇਦ ਅਸੀਂ ਸਾਨੂੰ ਦਿਸ਼ਾ ਮਿਲ ਜਾਏ ਅਸੀਂ ਪਰਮਾਨੈਂਟਲੀ ਕੁਝ ਪੋਜ਼ਿਟਿਵਲੀ ਕੰਟਰੀਬਿਊਟ ਕਰ ਸਕੀਏ ਫॉर ਦ ਨੀਡੀਐਸਟ। ਜੀ ਕਮਿੰਗ ਟੂ ਦ ਕੁਐਸਚਨ ਤੁਸੀਂ ਪੁੱਛਿਆ ਸੀਗਾ ਸਾਡਾ ਜੋ ਇੱਕ ਸਕੂਲ ਦੇ ਕੰਸਟਰਕਸ਼ਨ ਤੇ ਤਕਰੀਬਨ 1 to 1.5 million dollars ਖਰਚ ਹੁੰਦਾ ਹੈ ਕਿੰਡਰਗਾਰਟਨ ਤੋਂ 12ਵੀਂ ਤੱਕ। ਆਈ ਐਮ ਟਾਕਿੰਗ ਅਬਾਊਟ ਦ ਇਨਫਰਾਸਟਰਕਚਰ ਐਕਸਪੈਂਡੀਚਰ। ਲੈਂਡ ਕਾਸਟ ਵੱਖਰੀ ਹੋ ਗਈ ਤੇ ਇਸ ਤੋਂ ਜਦ ਸਕੂਲ ਸਾਡਾ 9th ਕਲਾਸ ਤੱਕ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਸਾਨੂੰ ਐਕ੍ਰੈਡਿਟ ਕਰਨਾ ਹੁੰਦਾ ਸਕੂਲ ਨੂੰ ਵਿਦ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨਿਊ ਦਿੱਲੀ। ਦਿਸ ਇਜ਼ ਅ ਸਕੂਲ ਬੋਰਡ ਇਨ ਇੰਡੀਆ। ਉਸ ਵੇਲੇ ਸਾਨੂੰ ਜੋ ਉਹਨਾਂ ਦੀਆਂ ਮੈਂਡੇਟਰੀ ਨੀਡਸ ਹੁੰਦੀਆਂ ਲੈਬਸ ਬਣਾਉਣੀਆਂ ਲਾਇਬ੍ਰੇਰੀ ਨੂੰ ਐਕਸਟੈਂਡ ਕਰਨਾ ਹੁੰਦਾ ਹੈ ਫਿਨਿਸ਼ ਕਰਨਾ ਹੁੰਦਾ ਸਕੂਲ ਨੂੰ ਕਲਾਸਰੂਮ ਬਣਾਉਣੇ ਪੈਂਦੇ ਹੁੰਦੇ ਹਨ ਇਹ ਸਾਰਾ ਕੰਮ ਕਰਨ ਵਾਸਤੇ ਸਾਨੂੰ ਤਕਰੀਬਨ 50 ਲੱਖ ਰੁਪਏ ਸਾਡਾ ਖਰਚਾ ਆ ਜਾਂਦਾ ਹੈ ਜੀ। ਸੋ ਉਹ ਜਿਹੜਾ ਸਾਡਾ ਖਰਚਾ ਹੈ 50 ਲੱਖ ਰੁਪਏ ਦਾ ਉਹ ਅਸੀਂ 70 schools ਅਸੀਂ ਐਫੀਲੀਏਟ ਕਰਾ ਚੁੱਕੇ ਹਾਂ ਜੀ। ਸੋ 59 more schools are to be accredited। ਸਾਰੇ ਸਕੂਲ ਹਨ ਉਸ ਲੈਵਲ ਤੇ ਪਹੁੰਚ ਗਏ ਹਨ ਜਿੱਥੇ ਉਹਨਾਂ ਦੀ ਐਕ੍ਰੈਡੀਟੇਸ਼ਨ ਕਰਾਉਣੀ ਹੈ ਜੀ। ਆਬਵੀਅਸਲੀ ਬਿਕਾਜ਼ ਆਫ ਲੈਕ ਆਫ ਫੰਡਸ ਅਸੀਂ ਸਾਰੇ ਇਕੱਠੇ ਨਹੀਂ ਕਰਾ ਪਾ ਰਹੇ ਸੋ ਉਹ ਸਕੂਲ ਸਟਰਗਲ ਕਰ ਰਹੇ ਹਨ ਬੱਚੇ 9th ਪਹੁੰਚ ਗਏ ਹਨ ਐਕ੍ਰੈਡੀਟੇਸ਼ਨ ਹੋਇਆ ਨਹੀਂ ਹੈਗਾ ਸੋ ਦੇ ਆਰ ਫੋਰਸਡ ਟੂ ਲੀਵ ਦ ਸਕੂਲ ਟੂ ਜੁਆਇਨ ਸਮ ਅਦਰ ਐਕ੍ਰੈਡਿਟਡ ਸਕੂਲਸ। ਸੋ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਆ ਗਿਆ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਨ ਸਕੂਲ ਨੂੰ ਐਕ੍ਰੈਡਿਟ ਕਰਾਈਏ। ਸੋ ਇਸ ਵਾਸਤੇ ਸਾਡਾ ਤਕਰੀਬਨ ਇਹ ਸਾਰਾ ਮਿਲਾ ਕੇ 30 ਕਰੋੜ ਦਾ ਖਰਚਾ ਸਾਡੇ ਸਿਰ ਤੇ ਅਚਾਨਕ ਆ ਗਿਆ ਹੈ। 30 ਕਰੋੜ ਦਾ ਮਤਲਬ ਹੋ ਗਿਆ ਸਮਝ ਲਈਏ ਤਕਰੀਬਨ $4 million। ਸੋ ਇਹ ਇਸ ਵਾਸਤੇ ਸਾਨੂੰ ਅਰਜੈਂਟ ਸਪੋਰਟ ਚਾਹੀਦੀ ਸੰਗਤ ਦੀ ਨਾਲ ਹੀ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਪਹਿਲਾਂ ਕਿਹਾ ਸੀ ਕਿ ਸਿਚੁਏਸ਼ਨ ਇਹ ਆ ਗਈ ਹੈ ਪੰਜਾਬ ਦੀ ਜੋ ਇਕਨੋਮਿਕ ਜੋ ਉੱਥੇ ਚੈਲੰਜਸ ਹਨ ਰੂਰਲ ਪੰਜਾਬ ਦੇ ਕਿ ਪੇਰੈਂਟਸ 2,500 ਰੁਪਏ ਫੀਸ ਦੇਣ ਨੂੰ ਵੀ ਉਹਨਾਂ ਨੂੰ ਸਟਰਗਲ ਕਰ ਰਿਹਾ ਹੈ। ਸੋ ਸਿਚੁਏਸ਼ਨ ਹੁਣ ਇਹ ਹੈ ਜੀ ਕਿ ਹਰ ਬੱਚੇ ਦੀ ਐਜੂਕੇਸ਼ਨ ਸਾਨੂੰ ਸਪੋਰਟ ਕਰਨੀ ਪੈ ਰਹੀ ਹੈ। ਇਫ ਯੂ ਡੋਂਟ ਡੂ ਦੈਟ if the community does not stand up to this need of the rural villages ਫਿਰ ਸਾਡੀ ਇੱਕ ਜਨਰੇਸ਼ਨ ਪੂਰੀ ਡਿਪਰਾਈਵਡ ਰਹਿ ਜਾਏਗੀ ਕੁਆਲਿਟੀ ਐਜੂਕੇਸ਼ਨ ਤੋਂ ਅਸੀਂ ਇਸ ਨੂੰ ਕਦੇ ਵੀ ਕੈਚ ਅਪ ਨਹੀਂ ਕਰ ਪਾਵਾਂਗੇ ਫॉर द नेक्स्ट 50 years then। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਜੋ ਸਿੱਖ ਵਿਸ਼ੇਸ਼ ਤੌਰ 'ਤੇ ਜੋ ਬਾਹਰ ਰਹਿ ਰਿਹਾ ਅਬਰੋਡ ਰਹਿ ਦਾਸ ਬੇਨਤੀ ਕਰੇਗਾ ਸਾਰੇ ਦੇਸ਼ ਦੇ ਸਿੱਖਾਂ ਨੂੰ ਵੀ ਪਰ ਵਿਸ਼ੇਸ਼ ਤੌਰ 'ਤੇ ਜੋ ਸੰਪੰਨ ਸਿੱਖ ਬਾਹਰ ਰਹਿ ਰਹੇ ਹਨ ਅਸੀਂ ਜ਼ਰੂਰ ਘੱਟੋ ਘੱਟ ਹਰ ਜੇ ਸਿੱਖ ਇੱਕ ਬੱਚਾ ਅਡਾਪਟ ਕਰ ਲਏ ਅਤੇ ਸਾਰੇ ਪੰਜਾਬ ਦੇ ਬੱਚੇ ਸਹਿਜ ਸੁਭਾਅ ਉਹਨਾਂ ਨੂੰ ਐਜੂਕੇਸ਼ਨ ਮਿਲ ਜਾਏਗੀ। ਵੈਸੇ ਤਾਂ ਇੱਕ ਬੱਚੇ ਦੀ ਐਜੂਕੇਸ਼ਨ ਵਿੱਚ ਸਾਲ ਵਿੱਚ $500 ਦਾ ਖਰਚਾ ਆਉਂਦਾ ਹੈ ਪਰ ਜੇ ਤੁਸੀਂ ਇਸ ਤੋਂ ਘੱਟ ਵੀ ਕਰਨਾ ਚਾਹੋ ਈਵਨ ਇਫ ਯੂ ਗਿਵ $100 ਆਈ ਐਮ ਸ਼ੋਰ ਬਹੁਤ ਸਾਰੇ ਬੱਚੇ ਅਸੀਂ ਉਹ ਸਪੋਰਟ ਕਰ ਲਵਾਂਗੇ ਜਿਹੜਾ ਥੋੜ੍ਹਾ ਬਹੁਤ ਕੰਟਰੀਬਿਊਟ ਕਰ ਸਕਦੇ ਹਨ ਪੂਰੀ ਫੀਸ ਅਫੋਰਡ ਨਹੀਂ ਕਰ ਸਕਦੇ। ਸੋ ਦਾਸ ਇਹੀ ਬੇਨਤੀ ਕਰ ਸਾਰਿਆਂ ਨੂੰ ਸਮੁੱਚੀ ਸੰਗਤ ਨੂੰ ਜ਼ਰੂਰ ਕੰਟਰੀਬਿਊਟ ਕਰੋ ਜੀ। ਇੱਕ ਲਾਸਟ ਹੋਰ ਦਾਸ ਦੀ ਅਪੀਲ ਹੋਏਗੀ ਕਿ ਸਾਡੇ ਕੋਲ ਸਿਰਫ USA ਵਿੱਚ ਹੀ ਘੱਟੋ ਘੱਟ ਹਜ਼ਾਰਾਂ ਗੁਰੂ ਘਰ ਹਨ ਅਸੀਂ ਵੱਡੇ ਇਮਾਰਤਾਂ ਬਣਾ ਰਹੇ ਹਾਂ ਉਹਨਾਂ ਨੂੰ ਸਜਾ ਰਹੇ ਹਾਂ ਲੰਗਰ ਬਣਾ ਰਹੇ ਹਾਂ ਔਰ ਇਨ ਬਿਲਡਿੰਗਸ ਵਿੱਚ ਸਿਰਫ ਜ਼ਿਆਦਾਤਰ ਸੰਡੇ ਦੇ ਦਿਨ ਪ੍ਰੋਗਰਾਮ ਹੁੰਦਾ ਹੈ ਬਾਕੀ ਦਿਨ ਇਤਨੇ ਹਿਊਜ ਕੰਸਟਰਕਸ਼ਨ ਇਹ ਖਾਲੀ ਰਹਿੰਦੀ ਹੈ। ਦਾਸ ਇਹ ਬੇਨਤੀ ਕਰੇਗਾ ਕਿ ਅਸੀਂ ਹੋਰ ਨਵੇਂ ਗੁਰਦੁਆਰੇ ਬਣਾਉਣ ਦੀ ਬਜਾਏ ਜੋ ਇਹ ਪ੍ਰੈਸ਼ੀਅਸ ਰਿਸੋਰਸ ਹੈ ਕਮਿਊਨਿਟੀ ਦਾ ਇਹ ਅਸੀਂ ਇਨ ਬੱਚਿਆਂ ਦੀ ਐਜੂਕੇਸ਼ਨ ਵਿੱਚ ਖਰਚ ਕਰੀਏ। ਜੇ 1000 ਦੇ ਕਰੀਬ ਗੁਰੂ ਘਰ ਹਨ USA ਵਿੱਚ ਜੇ ਹਰ ਗੁਰੂ ਘਰ 5-5 6-6 10-10 ਬੱਚੇ ਸਪੋਰਟ ਕਰਨ ਲੱਗ ਪਵੇ ਤੇ ਸਾਨੂੰ ਬਹੁਤ ਹੀ ਜ਼ਿਆਦਾ ਇਹ ਸਪੋਰਟ ਮਿਲ ਜਾਏਗੀ। ਐਂਡ ਵਾਂਸ ਅਗੇਨ ਇਹ ਸਪੋਰਟ ਸਿਰਫ ਐਜੂਕੇਸ਼ਨ ਦੀ ਨਹੀਂ ਹੁੰਦੀ ਐਜੂਕੇਸ਼ਨ ਦੇ ਨਾਂ ਦੇ ਅੰਡਰ ਇਨ ਬੱਚਿਆਂ ਨੂੰ ਇੱਕ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਨੂੰ ਇੱਕ ਡਿਸਪਲਿਨ ਇੱਕ ਸਟਰਕਚਰ ਮਿਲ ਰਿਹਾ ਹੈ ਉਹਨਾਂ ਨੂੰ ਕਿਤਾਬਾਂ ਯੂਨੀਫਾਰਮ ਰਹਿਣ ਸਹਿਣ ਦਾ ਟਰਾਂਸਪੋਰਟੇਸ਼ਨ ਤੱਕ ਦੀ ਗੱਲ ਅਸੀਂ ਕਰ ਰਹੇ ਹਾਂ। ਐਜੂਕੇਸ਼ਨ ਇੱਕ ਵੱਡਾ ਵਰਡ ਹੁੰਦਾ ਹੈ ਜਿਹਨੂੰ ਅਸੀਂ ਲੂਸਲੀ ਕਦੀ ਕਵਾਰ ਯੂਜ਼ ਕਰਦੇ ਹਾਂ ਬਟ ਇੱਥੇ ਐਜੂਕੇਸ਼ਨ ਦੇ ਨਾਲ ਜੁੜੀ ਹੋਈ ਉਨ ਬੱਚਿਆਂ ਦੀ ਪੂਰੀ ਜ਼ਿੰਦਗੀ ਅਤੇ ਉਸ ਪੰਜਾਬ ਦਾ ਫਿਊਚਰ ਜਿਹਨੂੰ ਲੈ ਕੇ ਅਸੀਂ ਕਿੰਨਾ ਮਹਿਸੂਸ ਕਰਦੇ ਹਾਂ ਕਿ ਕੀ ਰਹਿ ਗਿਆ ਪੰਜਾਬ ਦਾ ਫਿਊਚਰ
ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਇਸ ਦੇ ਵਿੱਚ ਇੱਕ ਸੀ ਚੇਂਜ ਆ ਸਕਦਾ ਹੈ। ਬਟ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ, ਇਹ ਮੇਕ ਔਰ ਬ੍ਰੇਕ ਮੂਮੈਂਟ ਹੈਗਾ। ਅੱਜ ਅਗਰ ਅਸੀਂ ਕੁਛ ਨਹੀਂ ਕੀਤਾ ਦੈਨ ਸ਼ਾਇਦ ਟੂ ਲੇਟ ਹੋ ਜਾਊਗਾ। ਕਿਸ ਤਰ੍ਹਾਂ ਤੁਸੀਂ ਸਪੋਰਟ ਕਰ ਸਕਦੇ ਹੋ? ਸਭ ਤੋਂ ਪਹਿਲੇ ਤਾਂ ਸਕਰੀਨ ਤੇ ਲਿਖਿਆ ਹੋਇਆ ਨੰਬਰ ਨੋਟ ਕਰ ਲਓ, ਉਹਨੂੰ ਕਾਲ ਕਰੋ, ਆਪ ਦੀ ਡੋਨੇਸ਼ਨ ਪਾਓ। ਬਟ ਬ੍ਰੇਕ ਤੋਂ ਬਾਅਦ ਅਸੀਂ ਹੋਰ ਜਾਣਕਾਰੀ ਇਹਦੇ ਬਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਡੈਲਸ ਦੇ ਵਿੱਚ ਜੋ ਸੇਵਾ ਇਸ ਸੰਸਥਾ ਦੇ ਨਾਲ ਡੈਲਸ ਤੋਂ ਸ਼ੁਰੂ ਹੁੰਦੀ ਹੈ, ਆਫ ਕੋਰਸ ਰਵੀਦੀਪ ਕੌਰ ਮੁਕਤਾ ਜੀ ਤੁਸੀਂ ਸਾਡੇ ਨਾਲ ਜੁੜੇ ਹੋ, ਅੰਜੂ ਜੀ ਤੁਸੀਂ ਵੀ ਇਸ ਸੈਗਮੈਂਟ ਦੇ ਵਿੱਚ ਸਾਡੇ ਨਾਲ ਜੁੜੇ ਹੋ, ਸੇਵਾਦਾਰ ਸੰਸਥਾ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਸੀਂ ਵੱਖ-ਵੱਖ ਇੱਥੇ ਜੋ ਸਾਡੇ ਨਾਲ ਪਹੁੰਚੇ ਹੋਏ ਹੈ, ਉਹ ਆਵਾਜ਼ਾਂ ਤੋਂ ਸੁਣਿਆ ਉਹਨਾਂ ਦੇ ਪਰਸਨਲ ਐਕਸਪੀਰੀਐਂਸਿਸ, ਭਾਵੇਂ ਉਹ ਬੜੂ ਸਾਹਿਬ ਦੇ ਕੀ ਕੁਝ ਕਾਰਜ ਹੋ ਰਹੇ ਗਰਾਊਂਡ ਲੈਵਲ ਤੇ ਉਹਨਾਂ ਦੇ ਬਾਰੇ, ਜਾਂ ਇੱਥੇ ਦੇ ਐਕਸਪੀਰੀਐਂਸਿਸ ਕਿ ਕਿਸ ਤਰ੍ਹਾਂ ਇੱਥੇ ਅਸੀਂ ਨਾਮ ਸ਼ੋਹਰਤ ਭਾਵੇਂ ਜਿੰਨੀ ਮਰਜ਼ੀ ਕਮਾ ਲੈਂਦੇ ਆ, ਉਹ ਅਸੀਂ ਲੈ ਕੇ ਤਾਂ ਜਾਣੀ ਨਹੀਂ ਹੈ ਨਾਲ। ਸੋ ਉਹਦੇ ਨਾਲ ਅਸੀਂ ਕੁਝ ਚੰਗਾ ਕੰਮ ਕਰੀਏ, ਦਸਵੰਤ ਕੱਢੀਏ, ਇਨ ਸਾਰੀ ਚੀਜ਼ਾਂ ਬਾਰੇ ਅਸੀਂ ਸੁਣ ਚੁੱਕੇ ਹਾਂ। ਬਟ ਅਖੀਰ ਦੇ ਵਿੱਚ ਅੰਜੂ ਜੀ ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗੀ। ਤੁਸੀਂ ਇਸ ਸੰਸਥਾ ਵਿੱਚ ਆਪ ਦੀ ਪੂਰੀ ਤਰ੍ਹਾਂ ਸੇਵਾ ਪਾ ਰਹੇ ਹੋ, ਤੁਸੀਂ ਕੀ ਕਹਿਣਾ ਚਾਹੋਗੇ ਵਿਊਅਰਸ ਨੂੰ? ਅਪੀਲ ਕੀ ਕਰਨਾ ਚਾਹੋਗੇ? ਕਿਉਂ ਉਹਨਾਂ ਦੀ ਅੱਜ ਕ੍ਰਿਟੀਕਲ ਲੋੜ ਹੈਗੀ, ਉਹਨਾਂ ਦੀ ਸਪੋਰਟ ਹਰ ਹਾਲਤ ਇਸ ਸੰਸਥਾ ਦੇ ਨਾਲ ਕਿਉਂ ਜੁੜਨੀ ਚਾਹੀਦੀ ਹੈ? ਹਾਂਜੀ ਭੈਣ ਜੀ, ਅਸ਼ਮਿਤਾ ਜੀ ਥੈਂਕ ਯੂ ਸੋ ਮਚ। ਤੁਸੀਂ ਸਾਨੂੰ ਚਾਂਸ ਦੇ ਰਹੇ ਹੈਗੇ ਹੋ ਕਿ ਗੱਲਬਾਤ ਕਰਨ ਦਾ ਇੱਥੇ ਫॉर ਅ ਫਿਊ ਮਿੰਟਸ। ਆਲ ਆਈ ਲਾਈਕ ਟੂ ਸੇ ਇਜ਼ ਕਿ ਮੈਂ 30 ਸਾਲ ਇੱਥੇ ਡੈਲਸ ਰਹੀ ਹੈਗੀ ਹਾਂ ਐਂਡ ਗੁਰਦੁਆਰੇ ਦੇ ਨਾਲ ਜੁੜੀਆਂ। ਉਹ ਮੇਰਾ ਬਚਪਨ ਤੋਂ ਹੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਮੈਂ 10 ਸਾਲ ਪਹਿਲੇ ਆਪਣੇ ਬਿਤਾਏ ਹੈਗੇ ਹੈ, ਉੱਥੋਂ ਮੇਰੀ ਸ਼ੁਰੂਆਤ ਸ਼ੁਰੂ ਹੋਈ ਸੀਗੀ ਸੇਵਾ ਅਤੇ ਸਿਮਰਨ ਦੇ ਲਈ। ਤੇ ਈਵਨ 10 ਸਾਲ ਤੋਂ ਬਾਅਦ ਵੀ ਬਾਹਰ ਇੰਗਲੈਂਡ ਆ ਗਏ, ਅਮਰੀਕਾ ਆ ਗਏ, ਬਟ ਜਿਹੜੀ ਫਾਊਂਡੇਸ਼ਨ ਜਿਹੜੀ ਬਚਪਨ ਦੇ ਵਿੱਚ ਜਿਹੜੀ ਮਿਲੀ ਸੀਗੀ ਨਾ ਕਿ ਗੁਰਬਾਣੀ ਤੇ ਸੇਵਾ ਤੇ ਸਿਮਰਨ, ਵੈਰੀ ਸਿੰਪਲ, ਤੇ ਉਹ ਚੀਜ਼ ਮੇਰੇ ਨਾਲ ਚੱਲੀ। ਤੇ ਅਸੀਂ ਇੱਥੇ ਗੁਰਦੁਆਰਿਆਂ ਦੇ ਵਿੱਚ ਬੱਚਿਆਂ ਨੂੰ ਦੇ ਨਾਲ ਕੈਂਪਸ ਲਗਵਾਏ, ਉਹਨਾਂ ਨੂੰ ਸਿਖਾਇਆ। ਐਂਡ ਦੈਟਸ ਵਾਟ ਆਈ ਫੀਲ ਇਜ਼ ਕਿ ਜਿਹੜੀ ਚੀਜ਼ ਤੁਹਾਡੇ ਬਚਪਨ ਦੇ ਵਿੱਚ ਤੁਸੀਂ ਬੱਚੇ ਦੇ 12-13 ਸਾਲ ਦੀ ਉਮਰ ਦੇ ਵਿੱਚ ਤੁਸੀਂ ਪਾ ਦਿੰਦੇ, ਉਹ ਸਾਰੀ ਉਮਰ ਦੇ ਲਈ ਉਹਨਾਂ ਦੇ ਨਾਲ ਚੱਲਦੀ ਹੈਗੀ ਹੈ। ਐਂਡ ਦੈਟ ਵਾਜ਼ ਮਾਈ ਐਕਸਪੀਰੀਅੰਸ, that gave me so much more happiness than anything else that I have ever experienced in my whole life. It is ਬਹੁਤ ਅੱਛਾ ਹੈਗਾ ਕਿ ਅਸੀਂ ਸਿੱਖ ਦੇ ਨਾਤੇ ਅਸੀਂ ਪੂਰੇ ਡੈਲਸ ਦੇ ਵਿੱਚ ਹੁਣ ਪ੍ਰੋਬਬਲੀ 8 ਗੁਰਦੁਆਰੇ ਹੋਣਗੇ। ਐਂਡ ਵੀ ਸਟਾਰਟਡ ਇਨ 1982 in Plano and Dallas area, surrounding areas. ਤੇ ਉਦੋਂ ਇੱਕ ਪਹਿਲਾਂ ਛੋਟਾ ਜਿਹਾ ਗੁਰਦੁਆਰਾ ਹੁੰਦਾ ਸੀ, ਉਹ ਵੀ ਇਟ ਵਾਸ ਲਾਈਕ ਇਨ ਅ ਸਮਾਲ ਹਾਊਸ ਦੇ ਹੈਡ ਰੈਂਟਡ। ਐਂਡ ਸਾਡੀ ਕਮਿਊਨਿਟੀ ਇੰਨੀ ਪ੍ਰੋਸਪਰਸ ਹੈਗੀ ਆ, ਇਟ ਇਜ਼ ਲਾਈਕ ਸੋ ਪ੍ਰਾਊਡ ਟੂ ਸੇ that look what we have achieved in the last 30 years. So we can do it. I mean, it's like Gurbani de upar asi reading and reciting is not it. It is implementing. And if I just take two things, if I just take the first word of Ekamkar, I experienced firsthand when I used to do camps in the Gurdwaras that I literally saw my own kids in those children. When I look at them, I feel I'm looking at God, right? And then Sarbat da Pala. So if I just take two things in my life and just say ਕਿ ਜਿਹੜੇ ਸਾਰੇ ਬੱਚੇ ਜਿਹੜੇ ਹੈਗੇ ਆ ਇੰਡੀਆ ਦੇ ਵਿੱਚ ਵੀ, ਉਹ ਵੀ ਸਾਡੇ ਬੱਚਿਆਂ ਦੇ ਵਾਂਗੂ ਹੈਗੇ ਆ, if we can just, I'll ask question to every member, every person who is listening to this, can you afford $1.20 or 25 cents a day? If the answer is no, I can't, then I'm sorry, then something needs to be changed. So that's what that's all that's needed. $1.25 a day to support a child's education, to get him out of poverty, and to change his life. It's like, what is, to me, that will be implementing our Gurbani, because you are saying ki every bacha mera hega te je main sarbat da pala karna hega, that's it. Simple as that. We used to keep the camps very simple. We used to have like 60-70 kids, and sada siga ki assi sikhi nu kis tarah agge le ke jana hai. So ਜਿਹੜੇ ਪੇਰੈਂਟਸ ਆਉਂਦੇ ਸੀਗੇ ਆਪਣੇ ਬੱਚਿਆਂ ਨੂੰ ਲੈ ਕੇ, what was the reason behind for them to come to us, to
drop their kids with the teachers, is to, you know, to tell them about Sikhi, to teach them what is the values. And it's so simple. The message is very simple. ਤੁਸੀਂ ਆਪਣਾ, you know, ਵੰਡ ਕੇ ਛਕੋ and ਸਰਬੱਤ ਦਾ ਭਲਾ ਕਰੋ, and just think that every child is your own, because it's not just about reading and reciting, is about implementing. I love that ਕਿ ਸਿਰਫ ਇਹਦੇ ਬਾਰੇ ਗੱਲ ਕਰਨੀ ਉੱਥੇ ਨਹੀਂ ਅਸੀਂ ਰੁਕ ਸਕਦੇ, ਐਕਸ਼ਨ ਕੀ ਅਸੀਂ ਲੈ ਰਹੇ ਹਾਂ, ਐਕਸ਼ਨ ਜੋ ਸੰਸਥਾ ਲੈ ਰਹੀ ਹੈ ਉਹਨੂੰ ਸਪੋਰਟ ਕਰਨ ਦੇ ਲਈ ਹੀ ਅਸੀਂ ਮਿਨੀਮਮ ਟੂ ਮਿਨੀਮਮ ਤਾਂ ਸਾਨੂੰ ਕਰਨਾ ਚਾਹੀਦਾ ਹੈ। ਰਵੀਦੀਪ ਕੌਰ ਮੁਕਤਾ ਜੀ, ਤੁਸੀਂ ਇਸ ਪੂਰੇ ਟੂਰ ਤੋਂ ਪਿਛਲੇ 20-22 ਦਿਨਾਂ ਤੋਂ ਨਾਲ ਚੱਲ ਰਹੇ ਹੋ, ਬਟ ਅੱਜ ਅਸੀਂ ਤੁਹਾਡੇ ਸ਼ਹਿਰ 'ਚ ਪਹੁੰਚੇ ਹਾਂ, ਅੱਜ ਅਸੀਂ ਡੈਲਸ ਤੋਂ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਭਾਵੇਂ ਉਹ ਡੈਲਸ ਦੀ ਸੰਗਤਾਂ ਦੇ ਨਾਲ ਕੋਈ ਸਪੈਸ਼ਲ ਮੈਸੇਜ ਤੁਸੀਂ ਕਹਿਣਾ ਚਾਹੋ, ਜਾਂ ਜੋ ਵਰਲਡ ਵਾਈਡ ਸਾਨੂੰ ਦਰਸ਼ਕ ਸੁਣ ਰਹੇ, ਕੀ ਤੁਸੀਂ ਅੱਜ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਨਾ ਜਦੋਂ ਵੀ ਅਸ਼ਮਿਤਾ ਜੀ ਸੇਵਾ ਚੱਲਦੀ ਹੈ ਨਾ, ਜਦੋਂ ਸਪੈਸ਼ਲੀ ਬਾਬਾ ਜੀ ਆਏ ਹੋਏ ਨੇ, ਤੇ ਉਦੋਂ ਨਾ ਬਾਬਾ ਇਕਬਾਲ ਸਿੰਘ ਜੀ ਦੀਆਂ ਨਾ ਗੱਲਾਂ ਬੜੀਆਂ ਦਿਮਾਗ ਵਿੱਚ ਘੁੰਮਦੀਆਂ, ਯਾਦ ਆ ਜਾਂਦੀਆਂ। ਹੁਣ ਮੈਂ ਬੈਠੇ ਬੈਠੇ ਸੋਚ ਰਹੀ ਸੀ ਕਿ ਕੀ ਬੋਲਾਂ, ਸੇਮ ਰਾਈਟ। ਸੋ ਮੈਂ ਇੱਕ ਚੀਜ਼ ਸ਼ੇਅਰ ਕਰਨਾ ਚਾਹਾਂਗੀ ਕਿ ਜਦੋਂ ਛੋਟੀ ਸੀ ਮੈਂ, ਅਸੀਂ ਇੰਦਰਜੀਤ ਵੀਰ ਜੀ ਬੈਠੇ ਹੋਏ ਨੇ, ਅਸੀਂ ਇਹਨਾਂ ਦੇ ਘਰ ਜਾਂਦੇ ਸੀ, ਬਾਬਾ ਜੀ ਉੱਥੇ ਆਉਂਦੇ ਸੀ, ਤੇ ਨਾ ਇੱਕ ਵਾਰੀ ਆਏ ਤੇ ਨਾ ਸਰੀਆ ਖਰੀਦਣਾ ਸੀ, ਲੈਂਟਰ ਪੈਣਾ ਸੀ ਬੜੂ ਸਾਹਿਬ ਦੇ ਵਿੱਚ ਨਾ, ਤੇ ਆਂਟੀ ਕੋਲ ਆਏ ਤੇ ਮਾਇਆ ਚਾਹੀਦੀ ਸੀ 80,000 ਰੁਪਇਆ, ਪੂਰਾ ਟਰੱਕ ਮਿਲ ਜਾਂਦਾ ਸੀ ਸਰੀਏ ਦਾ। ਤੇ ਇਹਨਾਂ ਦੀ ਮੰਮੀ ਨੇ ਆਪਣੀਆਂ ਸਾਰੀ ਸਹੇਲੀਆਂ ਨੂੰ ਫੋਨ ਕੀਤਾ ਕਿ ਮੈਨੂੰ 5,000 ਰੁਪਇਆ ਉਧਾਰਾ ਦਿਓ, 2,000 ਦਿਓ, ਤੇ ਨਾ ਬਾਬੇ ਆਏ ਹੋਏ ਨੇ ਮਹਾਂਪੁਰਖ, ਤੇ ਉੱਥੇ ਲੈਂਟਰ ਪੈਣਾ ਬੜੂ ਸਾਹਿਬ ਦੇ ਵਿੱਚ, ਤੇ ਮੈਂ ਤੁਹਾਨੂੰ ਮੋੜ ਦਾਂਗੀ ਪੈਸੇ ਨਾ। ਤੇ ਸਾਰੀਆਂ ਨੇ ਕਿਹਾ ਚਲੋ ਪੈਸੇ ਆ ਜਾਣਗੇ, ਸਭ ਨੇ ਉਧਾਰੇ ਪੈਸੇ ਦਿੱਤੇ ਆਂਟੀ ਨੂੰ। ਆਂਟੀ ਨੇ 80,000 ਰੁਪਇਆ ਇਕੱਠਾ ਕੀਤਾ ਤੇ ਬਾਬਾ ਜੀ ਨੂੰ ਦਿੱਤਾ, ਤੇ ਸਰੀਆ ਆਇਆ, ਤੇ ਬਾਬਾ ਜੀ ਉਹ ਟਰੱਕ ਆਪ ਡਰਾਈਵ ਕਰਕੇ ਬੜੂ ਸਾਹਿਬ ਲੈ ਕੇ ਗਏ, ਜਦੋਂ ਵੈਰੀ ਫਸਟ ਲੈਂਟਰ ਜਿਹੜੇ ਪਏ ਹਨਾ। ਤੇ ਉਸ ਤੋਂ ਬਾਅਦ ਫਿਰ 6 ਮਹੀਨੇ ਬਾਅਦ ਫਿਰ ਮਾਇਆ ਦੀ ਲੋੜ ਪਈ, ਤੇ ਬਾਬਾ ਜੀ ਆਏ, ਤੇ ਸਹੇਲੀਆਂ ਨੇ ਪੈਸੇ ਵਾਪਸ ਨਹੀਂ ਲਏ ਨਾ, ਉਹਨਾਂ ਨੇ ਕਿਹਾ ਕਿ ਕੋਈ ਨਹੀਂ ਅਸੀਂ ਦੇਤੇ, ਤੂੰ ਵੀ ਸੇਵਾ ਕਰ ਰਹੀ ਹੈ ਤੇ ਸਾਨੂੰ ਉਧਾਰੇ ਅਸੀਂ ਨਹੀਂ ਦਿੱਤੇ, ਅਸੀਂ ਬਾਬਾ ਜੀ ਨੂੰ ਪੈਸੇ ਦੇਤੇ। 6 ਮਹੀਨੇ ਬਾਅਦ ਫਿਰ ਫੰਡ ਰੇਜ਼ ਹੋਇਆ, ਤੇ ਬਾਬਾ ਜੀ ਆਏ, ਫਿਰ ਉਹ ਆਂਟੀਆਂ ਨੂੰ ਫੋਨ ਕੀਤਾ, ਵਿੱਚੋਂ ਇੱਕ ਆਂਟੀ ਕਹਿੰਦੀ ਭੈਣੇ ਤੇਰੇ ਬਾਬਾ ਜੀ ਤੇ ਹਰ ਵਾਰੀ ਆਉਂਦੇ ਪੈਸੇ ਹੀ ਮੰਗਦੇ ਰਹਿੰਦੇ, ਤੇ ਅਸੀਂ ਨਹੀਂ ਹੁਣ ਦੇਣਾ ਹੈਗਾ, ਹੁਣ ਤੇ ਦਿੱਤੇ ਹਾਲੇ। ਤੇ ਨਾ ਅੱਗੋਂ ਆਂਟੀ ਨੇ ਜਵਾਬ ਦਿੱਤਾ ਆਪਣੀ ਸਹੇਲੀ ਨੂੰ ਕਿ ਬਾਬਾ ਜੀ ਕਿਹੜਾ ਕੋਈ ਆਪਣੇ ਵਾਸਤੇ ਮੰਗਦੇ, ਉਹਨਾਂ ਦੇ ਕਿਹੜਾ ਕੋਈ ਬੱਚੇ ਰੋਂਦੇ ਪਏ, ਤੇ ਉਹ ਤੇ ਪੰਥ ਦੇ ਕੌਮ ਦੇ ਬੱਚਿਆਂ ਵਾਸਤੇ ਉੱਥੇ ਬੰਦਾ ਪਿਆ ਵੇ, ਤੇ ਤੂੰ ਨਾ ਦੇ, ਕੋਈ ਨਹੀਂ ਕੰਮ ਤੇ ਹੋ ਜਾਣੇ ਕਰਤਾਰ ਦੇ। ਇਹ ਕਿਉਂਕਿ ਪੂਰੀ ਕਨਵਰਸੇਸ਼ਨ ਆਂਟੀ ਨੇ ਜਦੋਂ ਬਾਬਾ ਜੀ ਨੂੰ ਦੱਸੀ, ਤੇ ਮੈਂ ਕੋਲ ਹੀ ਸੀਗੀ ਰਜੌਰੀ ਗਾਰਡਨ ਇਹਨਾਂ ਦੇ ਘਰ ਵੀਰ ਜੀ ਹੋਰਾਂ ਦੇ, ਤੇ ਬਾਬਾ ਜੀ ਬੜੀ ਜ਼ੋਰ ਦੀ ਹੱਸੇ, ਤੇ ਬਾਬਾ ਜੀ ਕਹਿੰਦੇ ਕਿ ਇਹ ਤੇ ਬੀਬਾ ਤੂੰ ਬੜਾ ਸੋਹਣਾ ਜਵਾਬ ਦਿੱਤਾ ਵੇ ਹਨਾ। ਤੇ ਸੋ ਬਾਬਾ ਮੈਂ ਦੇਖਦੀ ਸੀਗੀ ਜਦੋਂ ਵੀ ਬਾਬਾ ਜੀ ਕੋਲ ਸੰਗਤਾਂ ਆਂਦੀਆਂ ਸੀ, ਕੋਈ ਵੀ ਦੁੱਖ ਲੈ ਕੇ ਆਂਦੀਆਂ ਸੀ, ਹਰ ਘਰ ਦੇ ਵੱਖਰੇ ਵੱਖਰੇ ਦੁੱਖ ਹੁੰਦੇ ਨੇ, ਜਿਵੇਂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ। ਬਾਬਾ ਜੀ ਹਰ ਗੱਲ ਤੇ ਕਹਿੰਦੇ ਸੀ ਭਲਿਓ ਲੋਕੋ ਦਸਵੰਤ ਨਾ ਖਾਇਆ ਕਰੋ। ਕੋਈ ਬੀਬੀ ਨੇ ਆਣਾ ਬਾਬਾ ਜੀ ਨਾਲ ਗੱਲ ਕਰਨੀ, ਕੋਈ ਵੀਰ ਨੇ ਆਣਾ ਦੁੱਖ ਲੈ ਕੇ ਆਣਾ, ਬਾਬਾ ਜੀ ਨੇ ਇੱਕੋ ਗੱਲ ਕਹਿਣੀ ਭਲਿਓ ਲੋਕੋ ਦਸਵੰਤ ਨਾ ਖਾਇਆ ਕਰੋ। ਸੋ ਬਾਬਾ ਜੀ ਇਹ ਨਹੀਂ ਕਹਿੰਦੇ ਸੀ ਕਿ ਤੁਸੀਂ ਸਾਨੂੰ ਦੋ, ਵੀ ਤੁਸੀਂ ਬਾਬਾ ਜੀ ਕੋ ਠੱਗਣ ਵਾਲੇ ਬਾਬਾ ਜੀ ਥੋੜਾ ਨਾ ਸੀਗੇ, ਬਟ ਬਾਬਾ ਜੀ ਭਲਾ ਕਰਦੇ ਸੀ ਕਿ ਦਸਵੰਤ ਖਾਣਿਆ 10ਵਾਂ ਹਿੱਸਾ ਗੁਰੂ ਦਾ, ਤੇ ਦੁੱਖ ਤਕਲੀਫ ਆ ਜਾਂਦੇ ਨੇ ਤਾਂ ਉਹ ਨਾ ਖਾਇਆ ਕਰੋ, ਸਾਰਾ ਕੁਝ ਚੜ੍ਹਦੀਆਂ ਕਲਾ ਚ ਰਹੇਗਾ। ਤੇ ਜੇ ਆਪਾਂ ਹੁਣ ਡਾਕਟਰ ਸਾਹਿਬ ਕਿਹੜਾ ਆਪਣੇ ਵਾਸਤੇ ਮੰਗ ਰਹੇ ਨੇ, ਸੋ ਮੇਰਾ ਪੁਆਇੰਟ ਤੇ ਮੈਂ ਹੁਣ ਆ ਰਹੀ ਹਾਂ, ਜਾਂ ਜੱਸੀ ਮਾਨ ਅੰਕਲ ਬੈਠੇ ਹੋਏ ਨੇ, ਜਾਂ ਅੰਜੂ ਆਂਟੀ ਬੈਠੇ ਨੇ, ਜਾਂ ਆਪਾਂ ਸਾਰੀ ਸੰਗਤ ਅਪੀਲ ਕਰ ਰਹੇ ਹਾਂ, ਤੇ ਕਿਹੜਾ ਸਾਰੇ ਆਪਣੇ ਘਰ ਸਭ ਦੇ ਬੱਚੇ ਖਾਂਦੇ ਪੀਂਦੇ, ਸੋ ਭਲਾ ਸਾਡਾ ਕਰ ਰਹੇ ਨੇ। ਸਾਨੂੰ ਉਹ ਸਾਡੇ ਕੋਲ ਮੰਗ ਨਹੀਂ ਰਹੇ, ਸਾਡੇ ਘਰਾਂ ਦੇ ਦੁੱਖਾਂ ਤਕਲੀਫਾਂ ਤੋਂ ਦੂਰ ਰੱਖਣ ਵਾਸਤੇ ਕਹਿੰਦੇ ਦਸਵੰਤ ਨਾ ਖਾਇਆ ਕਰੋ, ਕੌਮ ਤੇ ਲਾਓ, ਪੰਥ ਤੇ ਲਾਓ, ਬੱਚਿਆਂ ਤੇ ਲਾਓ, ਤੇ ਆਪਣੇ ਤੋਂ ਹਟ ਕੇ ਕੁਝ ਚੰਗਾ ਕਰ ਜਾਓ, ਰਾਈਟ। ਸੋ ਆਲਵੇਜ਼ ਨਾ ਡਾਕਟਰ ਵੀਰ ਜੀ ਇੱਕ ਨਾ ਸਾਖੀ ਸੁਣਾਉਂਦੇ ਹੁੰਦੇ ਨੇ, ਤੇ ਮੈਂ ਸਾਰੀ ਸੰਗਤ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਜਸਟ ਟੀਵੀ ਦੇ ਵਿਊਅਰਸ ਨੇ ਤੇ ਸੁਣੀ ਹੈ ਕਿ ਜਦੋਂ ਸੰਤ ਬਾਬਾ ਤੇਜਾ ਸਿੰਘ ਜੀ
ਇੱਥੇ ਪੜ੍ਹਾਈ ਕਰਨ ਆਏ ਹੋਏ ਸੀਗੇ, ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਵਾਪਸ ਇੰਡੀਆ ਜਾ ਰਹੇ ਸੀ ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਉਹਨਾਂ ਨੇ ਹੈਨਰੀ ਫੋਰਡ ਨਾਲ ਕੋਈ ਕਾਨਫਰੰਸ ਮੀਟਿੰਗ ਸੀਗੀ ਤੇ ਉੱਥੇ ਬਾਬਾ ਜੀ ਮਿਲੇ ਕਾਨਫਰੰਸ ਦੇ ਵਿੱਚ ਤੇ ਮਹਾਂਪੁਰਖਾਂ ਦੇ ਮਨ 'ਚ ਆਇਆ ਕਿ ਇਹਨੂੰ ਮਿਲਣਾ ਆਵੇ ਨਾ। ਉਹਨਾਂ ਨੇ ਭਲਾ ਕਰਨਾ ਸੀ ਹੈਨਰੀ ਫੋਰਡ, ਜਿਹੜਾ ਕਿ ਜਿਹਨੇ ਫੋਰਡ ਕੰਪਨੀ ਦਾ ਮਾਲਕ ਸੀਗਾ ਉਸ ਟਾਈਮ ਤੇ ਨਾ, ਤੇ ਉਹਦੇ ਅਸਿਸਟੈਂਟ ਨੂੰ ਕਿਹਾ ਕਿ ਵੀ ਮੇਰੀ ਮੀਟਿੰਗ ਤੋਂ ਫਿਕਸ ਕਰਾ ਦੇ ਤੇ ਉਹਨੇ ਕਿਹਾ ਕਿ ਓਕੇ ਲੈਟ ਮੀ ਚੈੱਕ ਵਿਦ ਹਿਮ ਤੇ ਚੈੱਕ ਹੋਇਆ ਕਿ ਉਹਨਾਂ ਦੇ ਸਾਰਾ ਸਕੈਜੂਅਲ ਬਿਜ਼ੀ ਹੈ ਹੈਨਰੀ ਫੋਰਡ ਦਾ ਤੇ ਉਹਨੇ ਕਿਹਾ ਕਿ ਮਿਸਟਰ ਤੇਜਾ ਸਿੰਘ ਯੂ ਹੈਵ ਜਸਟ 5 ਮਿੰਟਸ। ਸੋ ਹੈਨਰੀ ਫੋਰਡ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ, ਉਹ ਡਰਾਈਵਿੰਗ ਦਾ 5 ਮਿੰਟ ਦੀ ਰਾਈਡ ਹੈਗੀ, ਡਰਾਈਵ ਹੈਗੀ ਹੈ। ਸੋ ਯੂ ਹੈਵ ਜਸਟ ਦੈਟ ਟਾਈਮ ਇਫ ਯੂ ਵੁਡ ਲਾਈਕ ਟੂ ਸਿਟ ਵਿਦ ਹਿਮ ਇਨ ਦ ਕਾਰ। ਸੋ ਸੰਤ ਤੇਜਾ ਸਿੰਘ ਜੀ ਨੇ ਕਿਹਾ ਕਿ ਸ਼ੋਰ ਹੈ ਨਾ। ਸੰਤ ਜੀ ਨੂੰ ਬੜੇ ਪ੍ਰੇਮ ਦੇ ਨਾਲ ਹੈਨਰੀ ਫੋਰਡ ਨੇ ਆਪਣੀ ਕਾਰ ਦੇ ਵਿੱਚ ਬਿਠਾਇਆ ਤੇ ਮਹਾਂਪੁਰਖਾਂ ਦੀ ਮੌਜ ਹੈ ਨਾ, ਉਹਨਾਂ ਨੇ ਉਹਨੂੰ ਪੁੱਛਿਆ ਮਿਸਟਰ ਹੈਨਰੀ ਨੂੰ, ਫੋਰਡ ਦੇ ਮਾਲਕ ਨੂੰ, ਕਿ ਮਿਸਟਰ ਹੈਨਰੀ ਹਾਊ ਮਚ ਮਨੀ ਯੂ ਓ। ਉਹ ਕਹਿੰਦਾ ਆਈ ਓ ਲੋਟ ਆਫ ਮਨੀ, ਬਹੁਤ ਪੈਸੇ ਮੈਂ ਕਮਾਨਾ, ਬਹੁਤ ਪੈਸੇ ਮੈਂ ਕਮਾਨਾ, ਈਵਨ ਆਈ ਡੋਂਟ ਨੋ ਹਾਊ ਮਚ ਆਈ ਹੈ ਨਾ ਅਰਨ ਦ ਮਨੀ। ਫਿਰ ਪੁੱਛਿਆ ਕਿ ਓਕੇ ਹਾਊ ਮਚ ਮਨੀ ਯੂ ਹੈਵ ਇਨ ਯੂਰ ਬੈਂਕਸ। ਉਹ ਕਹਿੰਦਾ ਲੋਟ ਆਫ ਮਨੀ, ਆਈ ਹੈਵ ਸੋ ਮੈਨੀ ਅਕਾਊਂਟਸ ਇਨ ਮਾਈ ਹੈ ਨਾ, ਤੇ ਸੋ ਬਟ ਈਵਨ ਆਈ ਡੋਂਟ ਨੋ ਹਾਊ ਮਚ ਮਨੀ ਆਈ ਹੈਵ ਇਨ ਦ ਬੈਂਕਸ। ਫਿਰ ਉਹਨੂੰ ਪੁੱਛਿਆ, ਤੀਸਰਾ ਸਵਾਲ ਸੀ ਹਾਊ ਮਚ ਮਨੀ ਮੋਰ ਯੂ ਵਾਂਟ। ਉਹ ਅੱਗੋਂ ਕਹਿੰਦਾ ਬਹੁਤ ਪੈਸੇ ਚਾਹੀਦੇ, ਹਲੇ ਤੇ ਬਹੁਤ ਕਮਾਣੇ ਪੈਸੇ, ਹਲੇ ਬਹੁਤ ਚਾਹੀਦੇ। ਚੌਥਾ ਸਵਾਲ ਸੀ ਕਿ ਮਿਸਟਰ ਹੈਨਰੀ ਆਰ ਯੂ ਐਟ ਪੀਸ। ਉੱਥੇ ਹੀ ਮਿਸਟਰ ਹੈਨਰੀ ਜਿਵੇਂ ਇੱਕਦਮ ਇੰਜ ਹੋ ਗਿਆ, ਉਹਨੂੰ ਲੱਗਿਆ ਕਿ ਇਹ ਕੁਐਸਚਨ, ਤੇ ਉਹਨੇ ਕਿਹਾ ਕਿ ਨੋ ਆਈ ਐਮ ਨੋਟ ਐਟ ਪੀਸ, even I am not able to sleep since so many long years। ਤੇ ਸੋ ਕਿ ਫਿਰ ਉਹਨਾਂ ਨੇ ਕਿਹਾ ਕਿ you look like a spiritual soul, so kindly let me know how I can be at peace। ਤੇ ਮਹਾਂਪੁਰਖਾਂ ਨੇ ਕਿਹਾ ਕਿ share your money with the needy people, that will take you in a like ਤੈਨੂੰ ਪੀਸ ਵਿੱਚ ਲੈ ਕੇ ਜਾਏਗਾ, ਤੈਨੂੰ ਆਰਾਮ ਨਾਲ ਨੀਂਦ ਆਏਗੀ, ਤੈਨੂੰ ਇੰਨਾ ਸਕੂਨ ਮਿਲੇਗਾ ਕਿ ਤੇਰਾ ਜਿਹੜਾ ਪੈਸੇ ਨੇ ਤੂੰ ਇਹਨੂੰ ਸ਼ੇਅਰ ਕਰ ਗਰੀਬਾਂ ਦੇ ਨਾਲ। ਬੈਂਕਾਂ ਵਿੱਚ ਤੇ ਇੱਕ ਬਾਬਾ ਜੀ ਕਹਿੰਦੇ ਹੁੰਦੇ ਸੀ ਬੈਂਕਾਂ ਵਿੱਚ ਪਿਆ ਪੈਸਾ ਨਿਕਲ ਜਾਂਦਾ ਵੇ, ਚੰਗੇ ਪਾਸੇ ਆਪਣੇ ਹੱਥਾਂ ਨਾਲ ਦੇ ਦੋਗੇ ਤੇ ਬੜੇ ਵਧੀਆ ਜਗ੍ਹਾ ਤੇ ਲੱਗ ਜਾਏਗਾ, ਕਈ ਕੁੱਲਾਂ ਤਰ ਜਾਣਗੀਆਂ, ਨਹੀਂ ਤੇ ਉਹਨੇ ਤੇ ਫਿਰ ਕਿਤੇ ਹੋਰ ਹੀ ਲੈ ਜਾਣਾ ਸਾਨੂੰ ਹੈ ਨਾ। ਸੋ ਬਾਬਾ ਕਬਾਲ ਸਿੰਘ ਜੀ ਵੀ ਇੰਨੇ ਸਾਲ ਮੰਗਦੇ ਰਹੇ, ਸੰਗਤਾਂ ਕਹਿ ਦਿੰਦੀਆਂ ਸੀ ਲੈ ਇਹਨਾਂ ਦਾ ਤੇ ਮੰਗਣਾ ਹੀ ਨਹੀਂ ਮੁੱਕਦਾ, ਪਰ ਉਹ ਸਾਡਾ ਭਲਾ ਕਰ ਕਰਕੇ ਆਪ ਇਸ ਦੁਨੀਆ ਤੋਂ ਚਲੇ ਗਏ। ਹੁਣ ਸਾਡਾ ਭਲਾ ਕਰਨ ਵਾਸਤੇ ਅੱਗੋਂ ਬਾਬਾ ਦਵਿੰਦਰ ਸਿੰਘ ਜੀ, ਡਾਕਟਰ ਦਵਿੰਦਰ ਵੀਰ ਜੀ, ਤੇ ਉਹ ਵੀ ਆ ਕੇ ਇੰਨੀ ਸਿਹਤ ਵੀ ਉਹਨਾਂ ਦੀ ਉੱਪਰ ਥੱਲੇ ਜਾਂਦੀ ਰਹਿੰਦੀ ਹੈ ਨਾ, ਹੈਲਥ ਇਸ਼ੂਜ਼ ਨੇ, ਬਟ ਸਟਿਲ 24/7 3 ਘੰਟੇ ਸੋ ਕੇ ਰਾਤੀ ਮੈਂ ਦੇਖਦੀ ਹਾਂ ਸਵੇਰੇ 5 ਵਜੇ ਵੀ ਇੰਡੀਆ ਸੇਵਾ ਕਰ ਰਹੇ ਨੇ, ਇੱਥੇ ਟਰੈਵਲ ਕਰ ਰਹੇ ਨੇ, ਹੋਰ ਬਾਰ-ਬਾਰ ਬੇਨਤੀਆਂ ਕਰ ਰਹੇ ਨੇ ਕਿ ਤੁਸੀਂ ਸਪੋਰਟ ਕਰੋ, ਤੁਸੀਂ ਦਵੋ। ਉਹਨਾਂ ਦੇ ਬੱਚੇ ਨਹੀਂ ਰੋ ਰਹੇ, ਉਹਨਾਂ ਦੇ ਬੱਚੇ ਤੇ ਡਾਕਟਰ ਹੈਗੇ ਨੇ। ਸੋ ਉਹ ਪੰਥ ਦੇ ਵਾਸਤੇ ਸਾਡੇ ਕੋਲੋਂ ਮਾਇਆ ਮੰਗ ਰਹੇ ਨੇ, ਪੰਥ ਦੇ ਬੱਚਿਆਂ ਵਾਸਤੇ ਮਾਇਆ ਮੰਗ ਰਹੇ ਨੇ। ਸੋ ਅਸੀਂ ਬੱਚਿਆਂ ਨੂੰ ਪੜ੍ਹਾਈਏ, ਆਪਣੇ ਬੱਚਿਆਂ ਦੀ ਗੱਲ ਨਹੀਂ ਕਰ ਰਹੇ, ਉਹ ਤੇ ਪੜ੍ਹ ਹੀ ਰਹੇ ਨੇ ਇੱਥੇ, ਪੰਥ ਦੇ ਬੱਚਿਆਂ ਨੂੰ ਪੜ੍ਹਾਈਏ ਜਿਹੜੇ ਕਿ ਉਹ ਸਾਡੇ ਬੱਚੇ ਹੀ ਹੈਗੇ ਨੇ। ਤੇ ਸੋ ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਐਂਡ ਆਫ ਦਾ ਡੇ ਉਹਨਾਂ ਨੂੰ ਪੈਸੇ ਨਹੀਂ ਚਾਹੀਦੇ, ਸਾਡਾ ਭਲਾ ਕਰਕੇ ਜਾ ਰਹੇ ਨੇ ਤੇ ਸਾਡੇ ਬੱਚੇ ਵੀ ਅੱਗੋਂ ਸੁੱਖ ਪਾਣਗੇ ਕਿ ਜੇ ਅਸੀਂ ਉਹਨਾਂ ਬੱਚਿਆਂ ਦੀਆਂ ਬਾਵਾਂ ਫੜਾਂਗੇ। ਸੋ ਅਸੀਂ $500 ਦੇ ਨਾਲ ਇੱਕ ਬੱਚਾ ਸਪਾਂਸਰ ਕਰ ਸਕਦੇ ਹਾਂ। 1 ਸਾਲ ਦੀ ਪੜ੍ਹਾਈ $4000 ਦੇ ਨਾਲ ਅਸੀਂ ਇੱਕ ਬੱਚੇ ਦੀ ਪੂਰੀ ਪੜ੍ਹਾਈ, ਜ਼ਿੰਦਗੀ ਦੀ 14 ਸਾਲ ਦੀ ਪੜ੍ਹਾਈ ਅਸੀਂ ਸਪਾਂਸਰ ਕਰ ਸਕਦੇ ਹੈਗੇ ਹਾਂ। ਤੇ ਸੋ ਸਾਡਾ ਟੈਕਸ ਐਗਜ਼ਮ 501c ਚੈਰਿਟੀ ਰਜਿਸਟਰ ਹੈਗੀ ਹੈ। ਸੋ ਕੈਸ਼, ਕ੍ਰੈਡਿਟ ਕਾਰਡ, ਚੈੱਕ ਸਾਡੀ ਆਨਲਾਈਨ ਵੈਬਸਾਈਟ ਹੈਗੀ ਐਜੂਕੇਟ ਟੂ ਸੇਵ। ਤੁਸੀਂ ਉਹ ਵੈਬਸਾਈਟ ਤੇ ਜਾਓਗੇ, ਉਹ ਜਦੋਂ ਖੋਲੋਗੇ ਨਾ ਤੇ ਇੰਨੇ ਨੰਨੇ ਮੁੰਨੇ ਪਿਆਰੇ ਪਿਆਰੇ ਬੱਚੇ ਤੁਸੀਂ ਦੇਖੋਗੇ, ਤੁਹਾਡਾ ਆਪੇ ਹੀ ਦਿਲ ਕਰ ਪਏਗਾ ਕਿ ਚਲੋ ਇੱਕ ਬੱਚੇ ਦੀ ਸੇਵਾ ਅਸੀਂ ਲੈ ਲਈਏ। ਬਾਕੀ ਥੈਂਕ ਯੂ ਸੋ ਮਚ ਅਮਰੀਕ ਸਿੰਘ ਜੀ ਤੁਹਾਡਾ, ਤੇ ਆਤਮਜੀਤ ਸਿੰਘ ਜੀ ਦਾ ਬਹੁਤ ਬਹੁਤ, ਹਰੀਪ੍ਰੀਤਮ ਅੰਕਲ ਦਾ, ਸੋ ਸਾਰੀ ਸੰਗਤ ਦਾ, ਸਪੈਸ਼ਲੀ ਜੱਸੀ ਮਾਨ ਅੰਕਲ ਦਾ। ਆਲਵੇਜ਼ ਅੰਕਲ ਸਾਡੇ ਨਾਲ ਆ ਕੇ ਬਹਿ ਜਾਂਦੇ ਨੇ, ਸਾਡਾ ਆਪਣਾ ਮਾਣ ਵੱਧ ਜਾਂਦਾ। ਬਾਬਾ ਜੀ ਐਵੇਂ ਨਹੀਂ ਕਹਿੰਦੇ ਸੀ ਕਿ ਤੁਸੀਂ ਸਾਡੇ ਮਾਣ ਹੈਗੇ ਹੋ। ਸੋ ਦਿਲੋਂ ਕਹਿ ਰਹੀ ਹਾਂ ਮੈਂ ਗੱਲ ਨਾ। ਸੋ ਸੁਰਿੰਦਰ ਵੀਰ ਜੀ ਥੈਂਕ ਯੂ ਸੋ ਮਚ।
ਤੇ ਸੋ ਥੈਂਕ ਯੂ ਡਾਕਟਰ ਵੀਰ ਜੀ, ਤੁਸੀਂ ਸਾਨੂੰ ਸੇਵਾ ਚ ਲਾਇਆ ਹੋਇਆ ਤੇ ਸਾਡਾ ਭਲਾ ਕਰਦੇ ਪਿਓ। ਬਾਕੀ ਥੈਂਕ ਯੂ ਸੋ ਮਚ ਜਸਟ ਟੀਵੀ ਦੇ ਜਿੰਨੇ ਵੀ ਵਿਊਅਰਸ ਨੇ, ਤੁਹਾਡੇ ਬਿਨਾ ਸਾਰੇ ਕਾਰਜ ਹੋਏ ਨੇ ਤੇ ਅੱਗੋਂ ਵੀ ਕਾਰਜ ਤੁਹਾਡੀ ਹੈਲਪ ਤੋਂ ਬਿਨਾ, ਸਪੋਰਟ ਤੋਂ ਬਿਨਾ ਨਹੀਂ ਹੋਣੇ। ਤੇ ਥੈਂਕ ਯੂ ਸੋ ਮਚ ਅਸ਼ਮਿਤਾ ਜੀ, ਪੈਨੀ ਜੀ ਨੂੰ ਬਹੁਤ ਬਹੁਤ ਥੈਂਕ ਯੂ ਕਿ ਤੁਹਾਡੀ ਸੇਵਾ, ਕੋਈ ਰਿਸ਼ਤਾ ਜੁੜ ਗਿਆ ਤੁਹਾਡਾ, ਪੁਰਾਣੇ ਭਾਗ ਜਾਗ ਗਏ ਨੇ, ਬਾਬਾ ਜੀ ਇੰਜ ਕਹਿੰਦੇ ਹੁੰਦੇ ਸੀਗੇ, ਹਨਾ। ਤੇ ਇਹ ਰਿਸ਼ਤਾ, ਬਾਕੀ ਥੈਂਕ ਯੂ ਦੀਪਕ ਜੀ, ਤੁਹਾਡੇ ਵੀ ਭਾਗ ਜੁੜੇ ਹੋਏ ਪੜੂ ਸਾਹਿਬ ਦੇ ਨਾਲ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਵੀਦੀਪ ਕੌਰ ਮੁਕਤਾ ਜੀ, ਜਦੋਂ ਤੁਸੀਂ ਭਾਵੇਂ ਉਹ ਲਾਈਵ ਜੁੜੀ ਹੋਈ ਆਡੀਅנס ਹੋਏ, ਭਾਵੇਂ ਜੋ ਦਰਸ਼ਕ ਸਾਡੇ ਵਿਊਅਰਸ ਵੇਖ ਰਹੇ, ਜੋ ਤੁਸੀਂ ਇੰਨਾ ਜੋਸ਼ ਦੇ ਨਾਲ ਲਲਕਾਰਦੇ ਹੋ ਕਿ ਇਹ ਸਾਡੇ ਆਪਣੇ ਬੱਚਿਆਂ ਦਾ ਕੰਮ ਨਹੀਂ ਹੈ, ਨਾ ਕੋਈ ਕਿਸੇ ਨੇ ਆਪਣੇ ਪਰਸਨਲ ਬੈਂਕ ਅਕਾਊਂਟ ਵਿੱਚ ਕੁਝ ਫਾਇਦਾ ਕਰਨਾ ਹੈ। ਇਹ ਕਾਰਜ ਕੌਮ ਦਾ ਕਾਰਜ ਹੈਗਾ, ਕੌਮ ਦੀ ਸੇਵਾ ਹੈ। ਕੌਮ ਦੀ ਜਦੋਂ ਅਸੀਂ ਤਰਾਸਦੀ ਦੀ ਇੱਕ ਪਾਸੇ ਗੱਲ ਕਰਦੇ ਹਾਂ, ਉਹ ਸਿਰਫ ਗੱਲ ਕਰਕੇ ਸਾਨੂੰ ਉੱਥੇ ਨਹੀਂ ਛੱਡਣੀ ਚਾਹੀਦੀ, ਉਸ ਗੱਲ ਤੇ ਐਕਸ਼ਨ ਲੈਣਾ ਚਾਹੀਦਾ। ਇੱਕ ਵਾਰੀ ਫਿਰ ਮੈਂ ਵਿਊਅਰਸ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜ਼ਰੂਰ ਤੁਸੀਂ ਇਸ ਕੌਜ਼ ਦੇ ਵਿੱਚ ਆਪ ਦਾ ਦਸਵੰਤ ਮਿਨੀਮਮ ਟੂ ਮਿਨੀਮਮ ਤਾਂ ਕੱਢੋ। ਐਂਡ ਵਨਸ ਅਗੈਨ ਇਹ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ, ਖਾਸ ਕਰਕੇ ਅਮਰੀਕਾ ਦੇ ਵਿੱਚ। ਇੱਥੇ ਸ਼ਾਇਦ ਸਾਡੇ ਬੱਚੇ ਜਾਂ ਸਾਡੇ ਪਰਿਵਾਰਾਂ ਦੇ ਵਿੱਚ, ਦੋਸਤਾਂ ਦੇ ਵਿੱਚ, ਮਿੱਤਰਾਂ ਦੇ ਵਿੱਚ ਤੁਸੀਂ ਹੌਲੀਡੇਜ਼ ਮਨਾ ਰਹੇ ਹੋ। ਹੌਲੀਡੇਜ਼ ਅਗਰ ਤੁਸੀਂ ਇੱਥੇ ਚੰਗੇ ਤਰੀਕੇ ਨਾਲ ਰੱਜ ਕੇ ਮਨਾ ਸਕਦੇ ਹੋ ਤੇ ਥੋੜਾ ਜਿਹਾ ਦਸਵੰਤ ਵੀ ਕੱਢ ਸਕਦੇ ਹੋ ਉਨ ਬੱਚਿਆਂ ਲਈ ਜਿਨ੍ਹਾਂ ਲਈ ਹੌਲੀਡੇ ਤਾਂ ਦੂਰ ਦੀ ਗੱਲ ਹੈ, 1000 ਰੁਪਏ ਦੀ ਪੜ੍ਹਾਈ ਤੱਕ ਉਹ ਨਹੀਂ ਪਹੁੰਚ ਸਕਦੇ। ਉਹ ਤੋਹਫਾ ਤੁਸੀਂ ਉਹਨਾਂ ਲਈ ਜ਼ਰੂਰ ਇਸ ਹੌਲੀਡੇ ਸੀਜ਼ਨ ਦੇ ਵਿੱਚ ਕੱਢੋ, ਕੌਮ ਦੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਇਹੀ ਕਹਿੰਦੇ ਹੋਏ ਮੈਂ ਪੂਰੀ ਸੰਗਤ ਨੂੰ ਬੇਨਤੀ ਕਰਦੀ ਹਾਂ, ਸਾਡੇ ਸਾਰਿਆਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਹੁਣ ਇਜਾਜ਼ਤ ਦਿਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।